ਮਿਲਿਆ ਕੀ? ਮੇਰਾ ਸਵਾਲ ਫਿਰ ਉੱਥੇ ਹੀ ਹੈ ਕਿ ਸਰਕਾਰਾਂ ਵੱਲੋਂ ਕੋਈ ਸਹਾਇਤਾ, ਕੋਈ ਨੌਕਰੀ ਦੀ ਪੇਸ਼ਕਸ਼। ਕਿਉਂਕਿ ਅਵਾਰਡ ਲੈ ਮੰਗਦੇ ਮੰਗਦੇ ਮੈਨੂੰ 4-5 ਸਾਲ ਨਿਕਲ ਗਏ ਕਿ ਮੈਨੂੰ ਸਟੇਟ ਮੈਂ ਕੋਈ ਮੰਗਦਾ ਥੋੜਾ ਜਿਹੜਾ ਮੈਂ ਆਪਣਾ ਹੱਕ ਮੰਗ ਰਿਹਾ। ਅਵਾਰਡ ਤਾਂ ਜੀ ਮੈਨੂੰ 5 ਮਿਲੇ ਸੀ ਪਹਿਲਾਂ, 6ਵਾਂ ਮੈਨੂੰ ਹੁਣ ਮਿਲਿਆ ਹਫਤਾ ਪਹਿਲਾਂ। ਬਹੁਤ ਸ਼ੁਕਰ ਹੈ ਪਰਮਾਤਮਾ ਦਾ। ਯੂਨੀਕ ਵਰਲਡ ਰਿਕਾਰਡ ਹੈ, ਵਰਲਡ ਬੁੱਕ ਆਫ ਰਿਕਾਰਡ ਹੈ। ਸਭ ਤੋਂ ਵੱਡੀ ਤਸਵੀਰ ਤਾਂ ਮੈंने ਕ੍ਰਿਸ਼ਨ ਜੀ ਦੀ ਬਣਾਈ ਸੀ ਜੀ, ਉਹ ਜਿਹੜੀ 6 ਫੀਟ ਬਾਈ 4 ਫੀਟ ਜਿਹਨੂੰ ਮੈਨੂੰ 5 ਵਰਲਡ ਰਿਕਾਰਡ ਮਿਲੇ ਹੋਏ ਆ। ਸਤਿ ਸ਼੍ਰੀ ਅਕਾਲ, ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਅਵਤਾਰ ਸਿੰਘ ਗਿੱਲ। ਗੱਲ ਕਰ ਲਈਏ ਕਲਾ ਦੀ। ਗੱਲ ਕਰਦੇ ਹਾਂ। ਕਲਾ ਇੱਕ ਅਜਿਹਾ ਖਜ਼ਾਨਾ ਜੋ ਹਰ ਕਿਸੇ ਨੂੰ ਨਹੀਂ ਮਿਲਦਾ। ਕਿਸਮਤ ਵਾਲੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਕਲਾ ਹੁੰਦੀ ਹੈ। ਲੇਕਿਨ ਕਲਾ ਮਿਲੇ, ਕਲਾਕਾਰ ਪੂਰੀ ਜ਼ਿੰਦਗੀ ਪੂਰਾ ਜ਼ੋਰ ਲਗਾਵੇ ਕਿ ਕਿਸੇ ਤਰ੍ਹਾਂ ਦੇ ਨਾਲ ਮੇਰੇ ਖਿੱਤੇ ਦਾ, ਮੇਰੇ ਸੂਬੇ ਦਾ, ਮੇਰੇ ਲੋਕਾਂ ਦਾ ਨਾਂ ਬਣ ਜੇ। ਇਨਸਾਨ ਤਾਂ ਵੱਡੇ ਵੱਡੇ ਮਿਲਣ। ਗੱਲ ਕਰ ਲਈਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਗੱਲ ਕਰ ਲਈਏ ਰਾਸ਼ਟਰਪਤੀ ਸ਼੍ਰੀ ਕੋਵਿੰਦ ਜੀ, ਗੱਲ ਕਰ ਲਈਏ ਸਿਮਰਤੀ ਇਰਾਨੀ ਜੀ, ਪ੍ਰਕਾਸ਼ ਸਿੰਘ ਬਾਦਲ ਜੀ, ਕੈਪਟਨ ਅਮਰਿੰਦਰ ਸਿੰਘ ਜੀ। ਬਹੁਤ ਵੱਡੇ ਵੱਡੇ ਇਨਸਾਨ ਵੀ ਮਿਲੇ ਇੱਕ ਕਲਾਕਾਰ ਨੂੰ। ਲੇਕਿਨ ਕਲਾਕਾਰ ਨੂੰ ਮਿਲਿਆ ਕੀ? ਸਵਾਲ ਇਹ ਖੜਾ ਹੁੰਦਾ ਕਿ ਆਖਿਰ ਵੱਡੇ ਵੱਡੇ ਜਿਹੜੇ ਰਿਕਾਰਡ, ਇੱਕ ਕਲਾਕਾਰ ਵੱਲੋਂ ਵੱਡੇ ਵੱਡੇ ਰਿਕਾਰਡ ਜਿਹੜੇ ਬਣਾਏ ਗਏ, ਦੁਨੀਆ ਦੇ ਵਿੱਚ ਚੈਲੰਜ ਇੱਕ ਛੱਡਿਆ ਗਿਆ ਕਿ ਕੋਈ ਵੀ ਇਨਸਾਨ ਮੇਰੇ ਬਰਾਬਰ ਦਾ ਅਗਰ ਕੰਮ ਕਰਕੇ ਦਿਖਾਵੇ, ਮੇਰੇ ਬਰਾਬਰ ਦੀ ਕਲਾ ਦਾ ਪ੍ਰਦਰਸ਼ਨ ਕਰੇ, ਤਾਂ ਮੈਂ ਪੱਲਿਓਂ ਉਸ ਨੂੰ 5 ਲੱਖ ਰੁਪਇਆ ਦੇਵਾਂਗਾ। ਲੇਕਿਨ ਉਸ ਇਨਸਾਨ ਨੂੰ ਮਿਲਿਆ ਕੀ? ਸਮੇਂ ਦੀਆਂ ਸਰਕਾਰਾਂ ਦੀ ਗੱਲ ਕਰ ਲਈਏ, ਜਾਂ ਫਿਰ ਕੇਂਦਰ ਸਰਕਾਰ ਦੀ ਗੱਲ ਕਰ ਲਈਏ, ਜਾਂ ਫਿਰ ਸਾਡੇ ਦੇਸ਼ ਦੀ ਗੱਲ ਕਰ ਲਈਏ, ਲੋਕਾਂ ਦਾ ਪਿਆਰ ਤਾਂ ਬਹੁਤ ਮਿਲਿਆ, ਲੇਕਿਨ ਸਰਕਾਰਾਂ ਵੱਲੋਂ ਮਿਲਿਆ ਕੀ? ਗੱਲਬਾਤ ਕਰ ਲੈਂਦੇ ਹਾਂ। ਸਾਡੇ ਨਾਲ ਅਰੁਣ ਬਜਾਜ ਮੌਜੂਦ ਨੇ, ਇੱਕ ਅਜਿਹਾ ਕਲਾਕਾਰ ਜੋ ਤਸਵੀਰਾਂ ਨੂੰ ਬੋਲਣ ਲਾ ਦਿੰਦਾ ਹੈ, ਜਿਸ ਦੀਆਂ ਤਸਵੀਰਾਂ ਕਹਿੰਦੀਆਂ ਨੇ ਕਿ ਹੁਣੀ ਬੋਲ ਉੱਠਾਂਗੀਆਂ, ਔਰ ਜਿਹੜਾ ਵੀ ਇਹ ਤਸਵੀਰਾਂ ਨੂੰ ਦੇਖਦਾ ਹੈ ਆਸ਼ਾ ਕਰ ਉੱਠਦਾ ਹੈ। ਅਵਾਰਡਾਂ ਦੀ ਗੱਲ ਕਰ ਲਈਏ, ਰਾਸ਼ਟਰਪਤੀ ਅਵਾਰਡ ਮਿਲਿਆ, ਰਾਸ਼ਟਰਪਤੀ ਵੱਲੋਂ ਬੁਲਾਇਆ ਗਿਆ, ਸਨਮਾਨ ਦਿੱਤਾ ਗਿਆ, ਅਵਾਰਡ ਦਿੱਤਾ ਗਿਆ। ਲੇਕਿਨ ਆਖਿਰ ਸਵਾਲ ਉੱਥੇ ਹੀ ਆ ਜਾਂਦਾ ਕਿ ਮਿਲਿਆ ਕੀ? ਸਾਡੇ ਸੂਬੇ ਦੀ ਸਰਕਾਰ ਨੇ ਕੀ ਦਿੱਤਾ? ਤਾਂ ਪਟਿਆਲਾ ਦਾ ਇਹ ਕਲਾਕਾਰ, ਸ਼ਾਹ ਕਲਾਕਾਰ ਕਹਿ ਸਕਦੇ ਹਾਂ, ਜਿਸ ਦੀ ਕਲਾ ਦਾ ਕੋਈ ਤੋੜ ਨਹੀਂ ਹੈ। ਪੂਰੇ ਵਿਸ਼ਵ ਦੀ ਗੱਲ ਕਰ ਲਈਏ, ਪੂਰੇ ਵਿਸ਼ਵ ਦੇ ਵਿੱਚ ਇਸ ਕਲਾਕਾਰ ਦੀ ਕਲਾ ਦਾ ਤੋੜ ਨਹੀਂ ਹੈ। ਚੈਲੰਜ ਵੀ ਰੱਖਿਆ ਗਿਆ ਹੈ ਕਿ ਜਿਹੜਾ ਇਸ ਦੇ ਨਾਲ ਦੀ ਕਲਾ ਦਾ ਪ੍ਰਦਰਸ਼ਨ ਕਰੇਗਾ ਉਸ ਨੂੰ 5 ਲੱਖ ਰੁਪਇਆ ਇਨਾਮ ਕੋਲੋਂ ਦਿੱਤਾ ਜਾਏਗਾ। ਲੇਕਿਨ ਇਹ ਕਲਾਕਾਰ ਆਖਰ ਇੱਕ ਦੁਕਾਨ ਦੇ ਵਿੱਚ ਸਿਮਟ ਕੇ ਕਿਉਂ ਰਹਿ ਗਿਆ? ਇਸ ਦੀ ਕਲਾ ਨੂੰ ਪ੍ਰਸਿੱਧੀ ਤਾਂ ਬੜੀ ਮਿਲੀ, ਬਹੁਤ ਲੋਕਾਂ ਵੱਲੋਂ ਸਰਾਹਿਆ ਗਿਆ, ਸਰਕਾਰਾਂ ਵੱਲੋਂ ਵੀ ਬਹੁਤ ਸਰਾਹਿਆ ਗਿਆ, ਲੇਕਿਨ ਇਸ ਕਲਾ ਦੇ ਵਿੱਚ ਇਸ ਕਲਾਕਾਰ ਨੂੰ ਮਿਲਿਆ ਕੀ? ਗੱਲਬਾਤ ਕਰ ਲੈਂਦੇ ਹਾਂ। ਅਰੁਣ ਜੀ, ਸਵਾਗਤ ਹੈ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅਰੁਣ ਜੀ, ਗੱਲ ਕਰ ਲਈਏ, ਪਟਿਆਲੇ ਦਾ ਨਾਂ ਰੌਸ਼ਨ ਕੀਤਾ ਪੂਰੇ ਵਰਲਡ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ। ਹਿੰਦੁਸਤਾਨ ਦਾ ਨਾਂ ਰੌਸ਼ਨ ਕੀਤਾ ਪੂਰੇ ਵਰਲਡ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ। ਕਿਹੜੇ ਕਿਹੜੇ ਅਵਾਰਡ ਮਿਲੇ, ਪਹਿਲਾਂ ਇਹ ਜਾਣਨਾ ਚਾਹਾਂਗੇ। ਅਵਾਰਡ ਤਾਂ ਜੀ ਮੈਨੂੰ 5 ਮਿਲੇ ਸੀ ਪਹਿਲਾਂ, 6ਵਾਂ ਮੈਨੂੰ ਹੁਣ ਮਿਲਿਆ ਹਫਤਾ ਪਹਿਲਾਂ। ਬਹੁਤ ਸ਼ੁਕਰ ਹੈ ਪਰਮਾਤਮਾ ਦਾ। ਯੂਨੀਕ ਵਰਲਡ ਰਿਕਾਰਡ ਹੈ, ਵਰਲਡ ਬੁੱਕ ਆਫ ਰਿਕਾਰਡ ਹੈ, ਇੰਡੀਆ ਬੁੱਕ ਆਫ ਰਿਕਾਰਡ ਹੈ, ਲਿਮਕਾ ਬੁੱਕ ਆਫ ਰਿਕਾਰਡ ਹੈ। ਰਿਕਾਰਡ ਤਾਂ ਬੜੇ ਹਾਸਲ ਕਰੇ ਆ ਜੀ, ਬਹੁਤ ਲੋਕਾਂ ਦਾ ਪਿਆਰ ਮਿਲਿਆ। ਪਰ ਇਹ ਹੈ ਕਿ ਸਰਕਾਰ ਨੇ, ਈਵਨ ਕਿ ਰਾਸ਼ਟਰਪਤੀ ਜੀ ਨੇ ਵੀ ਬੁਲਾ ਕੇ ਇਨੋਵੇਸ਼ਨ ਪੁਰਸਕਾਰ ਦਿੱਤਾ, ਸਨਮਾਨਿਤ ਕਰਿਆ। ਬਹੁਤ ਪੁਰਸਕਾਰ ਤਾਂ ਬਹੁਤ ਇਕੱਠੇ ਕਰੇ ਆ ਜੀ। ਤਾਂ ਇੱਕ ਗੱਲ ਕਰ ਲਈਏ, ਇੱਕ ਕਲਾ ਦਾ ਇਨੋਵੇਸ਼ਨ ਕੀਤਾ ਗਿਆ, ਇੱਕ ਕਲਾ ਨੂੰ ਜਨਮ ਦਿੱਤਾ ਗਿਆ। ਤੁਸੀਂ ਦੇਖਿਆ ਹੋਣਾ ਕੈਨਵਸ ਦੇ ਨਾਲ ਤਾਂ ਤਸਵੀਰਾਂ ਬਣਾਉਂਦੇ ਬਹੁਤ ਸਾਰੇ ਕਲਾਕਾਰ ਤੁਸੀਂ ਦੇਖੇ ਹੋਣੇ, ਲੇਕਿਨ ਗੱਲ ਕਰ ਲਈਏ ਸਿਲਾਈ ਮਸ਼ੀਨ ਦੇ ਨਾਲ ਤੇ ਧਾਗੇ ਦੇ ਨਾਲ ਤਸਵੀਰਾਂ ਬਣਾਉਂਦਾ ਸ਼ਾਇਦ ਹੀ ਤੁਸੀਂ ਕੋਈ ਅਜਿਹਾ ਸ਼ਖਸ ਦੇਖਿਆ ਹੋਵੇ। ਇਹ ਪਹਿਲੇ ਸ਼ਖਸ ਨੇ ਜਿਨ੍ਹਾਂ ਨਾਲ ਤੁਹਾਨੂੰ ਮਿਲਾ ਰਿਹਾ, ਜੋ ਕਿ ਸਿਲਾਈ ਮਸ਼ੀਨ ਦੇ ਨਾਲ, ਜਿਹੜੀ ਕਿ ਕੱਪੜੇ ਸੀਣ ਦੇ ਕੰਮ ਆਉਂਦੀ ਆ, ਉਸ ਦੇ ਨਾਲ ਅਜਿਹੀਆਂ ਤਸਵੀਰਾਂ ਉਕੇਰ ਦਿੰਦੇ ਨੇ ਕਿ ਲੱਗਦਾ ਹੈ ਇਹ ਤਸਵੀਰਾਂ ਬੋਲ ਪੈਣਗੀਆਂ। ਤੁਹਾਨੂੰ ਮੈਂ ਤਸਵੀਰ ਦਿਖਾ ਦਿੰਦਾ, ਇਹ ਤਸਵੀਰ ਤੇ ਨਜ਼ਰ ਮਾਰੋ, ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕੋਈ ਇਨਸਾਨ ਕਹਿ ਸਕਦਾ ਹੈ ਕਿ ਇਹ ਜਿਹੜੀ ਤਸਵੀਰ ਹੈਗੀ ਆ ਮਹਿਜ ਇਹ ਧਾਗੇ ਦੇ ਨਾਲ ਬਣੀ ਹੋਈ ਹੈ ਔਰ ਸਿਲਾਈ ਮਸ਼ੀਨ ਤੇ ਬਣਾਈ ਹੋਈ ਹੈ। ਤਸਵੀਰ ਇੱਕ ਸ਼ੇਰ ਦੀ ਤਸਵੀਰ ਗੁਫਾ 'ਚ ਦੇਖ ਸਕਦੇ ਹੋ। ਵੱਡੇ ਵੱਡੇ ਜਿਹੜੇ ਰਿਕਾਰਡ ਬਣਾਏ ਗਏ ਨੇ ਅਰੁਣ ਬਜਾਜ ਵੱਲੋਂ। ਲੇਕਿਨ
ਕਿਤੇ ਨਾ ਕਿਤੇ ਸਰਕਾਰਾਂ ਦੀ ਜਿਹੜੀ ਅਣਗੌਲੀ ਹੈਗੀ ਆ ਉਸ ਦਾ ਸ਼ਿਕਾਰ ਜ਼ਰੂਰ ਹੋਏ ਨੇ, ਕਿਉਂਕਿ ਜੇਕਰ ਇੱਕ ਖਿਡਾਰੀ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕਰੇ ਤਾਂ ਉਸ ਨੂੰ ਵੱਡੀਆਂ ਵੱਡੀਆਂ ਨੌਕਰੀਆਂ ਆਫਰ ਹੋ ਜਾਂਦੀਆਂ ਨੇ, ਇੰਸਪੈਕਟਰ ਭਰਤੀ ਕਰ ਲਿਆ ਜਾਂਦਾ, ਦਿਨਾਂ ਦੇ ਵਿੱਚ ਐਸਪੀ ਬਣ ਜਾਂਦੇ, ਐਸਐਸਪੀ ਲੱਗ ਜਾਂਦੇ। ਲੇਕਿਨ ਅਰੁਣ ਬਜਾਜ ਨੂੰ ਮਿਲਿਆ ਕੀ, ਉਹੀ ਗੱਲਬਾਤ ਕਰ ਰਹੇ ਹਾਂ। ਅਰੁਣ ਜੀ, ਪਹਿਲਾਂ ਤਾਂ ਕਿਹੜੀ ਕਿਹੜੀ ਤਸਵੀਰ ਹੈਗੀ ਜਿਹੜੀ ਤੁਸੀਂ ਬਣਾਈ, ਜਿਹੜੀਆਂ ਰਿਕਾਰਡ ਦੇ ਵਿੱਚ ਪਾਈਆਂ, ਬਾਅਦ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਤੁਹਾਨੂੰ ਇਸ ਤੋਂ ਕੀ ਮਿਲਿਆ। ਦੇਖੋ ਜੀ, ਤਸਵੀਰਾਂ ਤਾਂ ਮੈਨੇ ਬਹੁਤ ਬਣਾਈਆਂ ਜੀ, ਕਿਉਂਕਿ ਹੁਣ ਤੱਕ ਮੈਂ ਬਣਾਉਂਦਾ ਹੀ ਆ ਰਿਹਾ। ਲਗਾਤਾਰ ਮੈਨੂੰ 20 ਸਾਲ ਹੋ ਗਏ ਤਸਵੀਰਾਂ ਬਣਾਉਂਦਾ ਹੀ ਆ ਰਿਹਾ। ਸਭ ਤੋਂ ਵੱਡੀ ਤਸਵੀਰ ਤਾਂ ਮੈਨੇ ਕ੍ਰਿਸ਼ਨ ਜੀ ਦੀ ਬਣਾਈ ਸੀ ਜੀ, ਉਹ ਜਿਹੜੀ 6 ਫੀਟ ਬਾਈ 4 ਫੀਟ, ਜਿਹਨੂੰ ਮੈਨੂੰ 5 ਵਰਲਡ ਰਿਕਾਰਡ ਮਿਲੇ ਹੋਏ ਆ। ਉਸ ਤੋਂ ਬਾਅਦ ਫਿਰ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਬਣਾਇਆ, ਉਹ ਲੋਕਾਂ ਨੇ ਬਹੁਤ ਪਸੰਦ ਕਰਿਆ। ਬੜਾ ਸ਼ੁਕਰ ਹੈ ਲੋਕਾਂ ਦਾ, ਪਰਮਾਤਮਾ ਨੇ ਕਿਰਪਾ ਕਰੀ ਤੇ ਬੜੇ ਲੋਕਾਂ ਨੇ ਪਸੰਦ ਕਰਿਆ ਉਹਨੂੰ। 1 ਘੰਟੇ ਦੇ ਵਿੱਚ 21 ਲੱਖ ਤੋਂ ਉੱਪਰ ਵਿਊਜ਼ ਮਿਲ ਗਏ ਸੀ। ਉਸ ਪਿਕਚਰਸ ਨੂੰ ਦੇਖ ਕੇ ਲੋਕ دیਵਾਨੇ ਹੋ ਗਏ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦਾ ਦਰਬਾਰ ਬਣਿਆ ਹੋਇਆ ਸੀ। ਹੁਣ ਵੀ ਮੈਂ ਦਰਬਾਰਪੁਰ ਸਾਹਿਬ ਦੀ ਪਿਕਚਰ ਬਣਾ ਰਿਹਾ, ਉਹਨੂੰ ਵੀ ਲੋਕ ਬਹੁਤ ਪਿਆਰ ਦੇ ਰਹੇ ਹੈ। ਹਜੇ ਉਹਦਾ ਮੈंने ਛੋਟਾ ਜਿਹਾ ਕੁਝ ਹਿੱਸਾ ਪਾਇਆ ਸੀ, ਲੋਕਾਂ ਨੇ ਬੜਾ ਪਿਆਰ ਦਿੱਤਾ ਹੈ। ਅੱਗੇ ਵੀ ਮੈਂ ਨਵੀਆਂ ਚੀਜ਼ਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, 3D ਦੇ ਵਿੱਚ ਵੀ ਬਣਾ ਰਿਹਾ, ਬਲੈਕ ਐਂਡ ਵਾਈਟ ਦੇ ਵਿੱਚ ਬਣਾ ਰਿਹਾ। ਇਹ ਨਹੀਂ ਕਿ ਮੈਂ ਜਦ ਧਾਗੇ ਨਾਲ ਤਸਵੀਰਾਂ ਬਣਾਉਣ ਲੱਗ ਗਿਆ ਤੇ ਉਹਦੇ 'ਚ ਉਹੀ ਸੇਮ ਚੱਲਦਾ ਰਵਾਂਗਾ। ਮੈਂ ਨਵੇਂ ਇਹਦੇ 'ਚ ਚੈਲੰਜ ਲੈ ਕੇ ਆ ਰਿਹਾ, ਨਵੀਂ ਚੀਜ਼ਾਂ ਲੈ ਕੇ ਆ ਰਿਹਾ, ਤੇ ਮੈਂ ਚਾਹੁੰਦਾ ਸੀ ਕਿ ਇਹਨੂੰ ਮੈਂ ਅੱਗੇ ਸਿਖਾਵਾਂ ਵੀ। ਅਰੁਣ ਜੀ, ਬਹੁਤ ਤੁਸੀਂ ਕੋਸ਼ਿਸ਼ ਕੀਤੀ, ਕਰੀਬਨ 20-22 ਸਾਲ ਦਾ ਸਮਾਂ ਬਹੁਤ ਲੰਬਾ ਸਮਾਂ ਹੋ ਜਾਂਦਾ। ਬੜੀ ਕੋਸ਼ਿਸ਼ ਕੀਤੀ ਕਿ ਤੁਸੀਂ ਇਸ ਨਾਲ ਦਾ ਕੋਈ, ਆਪਣੇ ਨਾਲ ਦਾ ਕੋਈ ਹੁਨਰਮੰਦ ਇਨਸਾਨ ਲੱਭ ਸਕੋ। ਕੀ ਤੁਹਾਨੂੰ ਲੱਭਿਆ ਕੋਈ ਹੁਨਰਮੰਦ ਇਨਸਾਨ? ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਗੱਲਾਂ ਹੋਈਆਂ, ਕਈ ਐਗਜੀਬਿਸ਼ਨ ਲੱਗਦੇ ਰਹੇ, ਵਿਦੇਸ਼ੀ ਲੋਕ ਵੀ ਆਉਂਦੇ ਰਹੇ। ਕੋਈ ਇਨਸਾਨ ਕਿਤੇ ਮਿਲਿਆ ਦੇਸ਼ ਵਿਦੇਸ਼ ਦੇ ਵਿੱਚ ਜਿਹੜਾ ਤੁਹਾਡੀ ਕਲਾ ਨੂੰ ਚੈਲੰਜ ਦਿੰਦਾ ਹੋਵੇ? ਨਹੀਂ ਜੀ, ਮੈਂ ਹੰਕਾਰ ਦਾ ਨਹੀਂ, ਮੈਂ ਰੱਬ ਤੋਂ ਡਰ ਕੇ ਕਹਿਣਾ। ਮੈਂ ਜਿੱਥੇ ਵੀ ਐਗਜੀਬਿਸ਼ਨ ਤੇ ਗਿਆ, ਮੈਨੂੰ ਬਹੁਤ ਕਢਾਈਆਂ ਵਾਲੇ ਮਿਲੇ, ਬਹੁਤ ਕੰਪਿਊਟਰ ਦੀ ਮਸ਼ੀਨਾਂ ਵਾਲੇ ਮਿਲੇ। ਮੈंने ਤਾਂ ਉਹਨਾਂ ਨੂੰ ਇਹ ਕਿਹਾ ਸੀ ਕਿ ਅਗਰ ਕੋਈ ਐਸਾ ਬੰਦਾ ਮਿਲਦਾ ਤਾਂ ਮੇਰੇ ਨਾਲ ਮਿਲ ਕੇ ਹੈਲਪ ਹੋ ਜਾਂਦੀ ਹੈ। 2 ਬੰਦੇ ਮਿਲ ਕੇ ਕਰ ਲਾਂਗੇ, 3 ਬੰਦੇ ਮਿਲ ਕੇ ਕਰ ਲਾਂਗੇ। ਇਸੀ ਕਰਕੇ ਮੈंने ਸਰਵੇ ਕਰਿਆ ਸੀ। ਜਦ ਮੈਂ ਮੋਦੀ ਜੀ ਨੂੰ ਮਿਲਣ ਗਿਆ ਸੀ, ਉਸ ਟਾਈਮ ਵੀ ਮੈंने ਇਹੀ ਸਰਵੇ ਦੇ ਵਿੱਚ ਚੈਲੰਜ ਲਿਖਿਆ ਸੀ ਕਿ ਜਦ ਮੈਨੂੰ ਨਹੀਂ 10 ਸਾਲ ਤੋਂ ਮਿਲ ਰਿਹਾ ਤੇ ਇਹਨਾਂ ਨੂੰ ਕਿੱਥੋਂ ਲੱਭेंगे। ਮੈਂ ਕਿਹਾ ਜੀ, ਇੰਡੀਆ ਛੱਡੋ, ਤੁਸੀਂ ਵਰਲਡ ਲੈਵਲ ਦੇ ਵਿੱਚ ਦੇਖੋ। ਫਿਰ ਜਦ ਮੇਰਾ BBC ਵਰਲਡ ਦੇ ਵਿੱਚ ਆਇਆ, ਉਹਦੇ ਵਿੱਚ ਫਿਰ ਮੇਰਾ ਪੂਰੀ ਦੁਨੀਆ ਨੇ ਦੇਖਿਆ ਮੇਰਾ ਕੰਮ। ਚਾਈਨਾ, ਰਸ਼ੀਆ, ਜਾਪਾਨ, ਮੇਰੀ ਸਾਰੀਆਂ YouTube 'ਚ ਵੀਡੀਓ ਹੈਗੀਆਂ, ਉਹਦੇ ਵਿੱਚ ਸਾਰੀਆਂ ਭਾਸ਼ਾਵਾਂ ਅਲੱਗ-ਅਲੱਗ ਹੈ। ਪਰ ਮੈਨੂੰ ਉਸ ਟਾਈਮ ਵੀ ਕੋਈ ਬੰਦਾ ਨਹੀਂ ਮਿਲਿਆ। ਬੰਦਾ ਤਾਂ ਮੈंने ਬਹੁਤ ਢੂੰਡਿਆ ਜੀ, ਬੜਾ ਸਰਵੇ ਹੋ ਚੁੱਕਿਆ, ਕਿਉਂਕਿ ਵਰਲਡ ਰਿਕਾਰਡ ਤਦ ਹੀ ਮਿਲਦਾ ਜਦ ਇਹ ਪੂਰਾ ਦੇਖਦੇ ਆ, ਸਰਵੇ ਕਰਦੇ ਆ। ਹਾਂ, ਮੈਨੂੰ ਜਿਹੜਾ ਨਵਾਂ ਵਰਲਡ ਰਿਕਾਰਡ ਮਿਲਿਆ ਇਹ 6 ਮਹੀਨੇ ਬਾਅਦ ਆਇਆ, ਕਿਉਂਕਿ ਇਹਨਾਂ ਨੇ ਪੂਰਾ ਸਰਵੇ ਕਰਿਆ। ਪਹਿਲਾਂ ਸਰਵੇ ਕਰਨ ਤੋਂ ਬਾਅਦ ਮੈਨੂੰ ਵਰਲਡ ਰਿਕਾਰਡ ਦਿੱਤਾ। ਸੋ ਤੁਹਾਨੂੰ ਦੱਸ ਦਈਏ ਕਿ ਇਹ ਕੰਮ ਕੋਈ ਸੌਖਾ ਨਹੀਂ ਹੈ। ਤੁਸੀਂ ਮੇਰੇ ਪਿੱਛੇ ਇੱਕ ਤਸਵੀਰ ਦੇਖ ਰਹੇ ਹੋਗੇ, ਕ੍ਰਿਸ਼ਨ ਜੀ ਦੀ ਵੱਡੀ ਤਸਵੀਰ ਲੱਗੀ ਹੋਈ ਹੈ। ਜੇਕਰ ਗੱਲ ਕਰ ਲਈਏ, ਇਹ ਤਸਵੀਰ ਹੱਥ ਦੇ ਨਾਲ ਹੀ ਬਣਾਈ ਗਈ ਹੈ। ਉਹ ਕਰੀਬਨ 3 ਲੱਖ ਮੀਟਰ ਤੋਂ ਜ਼ਿਆਦਾ ਜਿਹੜਾ ਧਾਗਾ ਇਸ ਤਸਵੀਰ ਦੇ ਵਿੱਚ ਲੱਗਿਆ। ਗੱਲ ਕਰ ਲੈਂਦੇ ਆ ਅਰੁਣ ਜੀ ਨਾਲ ਕਿ ਆਖਿਰ ਇਹ ਤਸਵੀਰ ਬਣਾਉਣ ਦੇ ਵਿੱਚ, ਅਰੁਣ ਜੀ, ਇੱਕ ਤਸਵੀਰ ਬਣਾਉਣ ਦੇ ਵਿੱਚ ਕਿੰਨਾ ਸਮਾਂ ਲੱਗ ਜਾਂਦਾ, ਜਾਂ ਫਿਰ ਜਿਹੜੀ ਇਸ ਤਸਵੀਰ ਦੀ ਮੈਂ ਵਿਸ਼ੇਸ਼ ਤੌਰ ਤੇ ਗੱਲ ਕਰ ਰਿਹਾ, ਇਸ ਤਸਵੀਰ ਨੂੰ ਬਣਾਉਣ ਦੇ ਵਿੱਚ ਕਿੰਨਾ ਸਮਾਂ ਲੱਗਿਆ? ਦੇਖੋ ਜੀ, ਆਮ ਜਿਹੜੀ ਤਸਵੀਰ ਬਣਦੀ ਹੈ ਉਹਨੂੰ ਤਾਂ ਲੱਗਦਾ 15 ਦਿਨ, 20 ਦਿਨ, ਮਹੀਨਾ। ਛੋਟਾ ਸਾਈਜ਼ ਜਿਹੜਾ ਹੁੰਦਾ 14 ਬਾਈ 10 ਦਾ, ਇਹ ਹੈਗੀ ਹੈ 6 ਫੀਟ ਬਾਈ 4 ਫੀਟ ਦੀ। ਇਹਦੇ ਵਿੱਚ 28,36,000 ਮੀਟਰ ਧਾਗਾ ਲੱਗਿਆ ਹੋਇਆ ਹੈ। ਇਹ ਦੁਨੀਆ ਦੀ ਸਭ ਤੋਂ ਲੰਬੇ ਧਾਗੇ ਤਸਵੀਰ ਹੈ, ਸਿਲਾਈ ਮਸ਼ੀਨ ਦੇ ਨਾਲ। ਤੇ ਇਹਦੇ 'ਚ 3545 ਰੀਲਾਂ ਲੱਗੀਆਂ ਹੋਈਆਂ ਤੇ 3 ਸਾਲ ਦਾ ਸਮਾਂ ਲੱਗਿਆ ਇਹਨੂੰ ਬਣਾਉਣ ਲਈ। ਤਾਂ ਗੱਲ ਕਰ ਲਈਏ ਕਿ ਇੰਨਾ ਸਮਾਂ ਕੰਸਨਟਰੇਟ ਕਰਨਾ ਇੱਕ ਜਗ੍ਹਾ ਤੇ, ਇਨਸਾਨ ਦੀਆਂ ਅੱਖਾਂ ਬਹਿ ਜਾਂਦੀਆਂ ਨੇ। ਲੇਕਿਨ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਆਖਿਰ ਸਵਾਲ ਉਹੀ ਖੜਾ ਹੁੰਦਾ ਕਿ ਆਖਿਰ ਮਿਲਿਆ ਕੀ? ਕਿਉਂਕਿ ਪ੍ਰਸਿੱਧੀ ਤਾਂ ਜ਼ਰੂਰ ਮਿਲ ਗਈ, ਵਰਲਡ ਲੈਵਲ ਦੇ ਉੱਤੇ ਲੋਕ ਜਾਣਨ ਲੱਗ ਗਏ, ਲੇਕਿਨ ਅਰੁਣ ਜੀ, ਮਿਲਿਆ ਕੀ? ਮੇਰਾ ਸਵਾਲ ਫਿਰ ਉੱਥੇ ਹੀ ਹੈ ਕਿ ਸਰਕਾਰਾਂ ਵੱਲੋਂ ਕੋਈ ਸਹਾਇਤਾ, ਕੋਈ ਨੌਕਰੀ ਦੀ ਪੇਸ਼ਕਸ਼, ਕੋਈ ਸਨਮਾਨ, ਕੀ ਕਦੇ ਪੰਜਾਬ ਸਰਕਾਰ ਨੇ ਤੁਹਾਨੂੰ ਪੁੱਛਿਆ? ਨਹੀਂ ਜੀ, ਨਹੀਂ, ਮੈਨੂੰ ਕਦੀ ਨਹੀਂ ਪੁੱਛਿਆ ਗਿਆ ਜੀ, ਕਿਉਂਕਿ ਮੈਂ ਅਕਾਲੀ ਸਰਕਾਰ ਵੀ ਆ ਚੁੱਕੀ ਹੈ, ਕਾਂਗਰਸ ਵੀ ਆ ਚੁੱਕੀ ਹੈ, ਹੁਣ ਹੁਣ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਕਿਸੇ ਨੇ ਕੁਝ ਨਹੀਂ ਪੁੱਛਿਆ ਜੀ, ਕੋਈ ਨਹੀਂ ਦੇਖਦਾ ਹੁੰਦਾ ਕਿਸੇ ਨੂੰ। ਮੈਂ ਤਾਂ ਇਹ ਚਾਹੁੰਦਾ ਸੀ ਕਿ ਮੈਨੂੰ ਕੋਈ ਇੰਸਟੀਚਿਊਟ ਦੀ ਜਗ੍ਹਾ ਦਿੱਤੀ ਜਾਵੇ। ਸਿਰਫ ਮੇਰੀ ਮੰਗ ਉਹਨਾਂ ਤੋਂ ਇਹ ਸੀ, ਤੁਸੀਂ ਮੈਨੂੰ ਅਵਾਰਡ ਨਹੀਂ ਦੇ ਰਹੇ, ਰਹਿਣ ਦਿਓ। ਕਿਉਂਕਿ ਅਵਾਰਡ ਮੰਗਦੇ ਮੈਨੂੰ 4-5 ਸਾਲ ਨਿਕਲ ਗਏ ਕਿ ਮੈਨੂੰ ਸਟੇਟ, ਮੈਂ ਕੋਈ ਮੰਗਦਾ ਥੋੜਾ, ਜਿਹੜਾ ਮੈਂ ਆਪਣਾ ਹੱਕ ਮੰਗ ਰਿਹਾ ਕਿ ਮੈंने ਮਿਹਨਤ ਕਰੀ ਹੈ। ਤੁਹਾਡਾ ਤਾਂ ਫਰਜ਼ ਬਣਦਾ, ਰਾਸ਼ਟਰਪਤੀ ਨੇ ਅਵਾਰਡ ਦਿੱਤੇ, ਆਪਣੀ ਸਟੇਟ ਨੇ ਅਵਾਰਡ ਦਿੱਤਾ ਨਹੀਂ, ਸ਼ਰਮ ਕਿਹਨੂੰ ਆਉਣੀ ਚਾਹੀਦੀ ਹੈ ਸਟੇਟ ਵਾਲਿਆਂ ਨੂੰ? ਕਿਉਂਕਿ ਪਹਿਲਾਂ ਸਟੇਟ ਦਾ ਮਿਲਦਾ ਹੁੰਦਾ, ਫਿਰ ਸੈਂਟਰ ਦਾ ਮਿਲਦਾ ਹੁੰਦਾ। ਸੈਂਟਰ ਵਾਲਿਆਂ ਨੇ ਬੁਲਾ ਕੇ ਦੇ ਦਿੱਤੇ, ਸਟੇਟ ਵਾਲਿਆਂ ਨੇ ਅਜੇ ਤੱਕ ਦਿੱਤਾ ਨਹੀਂ ਹੈ। ਮੋਦੀ ਨੇ ਬੁਲਾ ਕੇ ਮੇਰੇ ਨਾਲ ਘੰਟਾ ਤਾਂ ਲਗਾਇਆ ਨਾ, ਮੇਰੇ ਨਾਲ ਤਾਂ ਗੱਲ ਤਾਂ ਕਰੀ ਨਾ। ਇਹਨਾਂ ਨੇ ਤਾਂ ਮੈਨੂੰ ਪੁੱਛਿਆ ਵੀ ਨਹੀਂ ਹੈ ਜਿਸ ਸਟੇਟ ਦੇ ਵਿੱਚ ਮੈਂ ਬੈਠਾ। ਤੇ ਮੈਂ ਤਾਂ ਹੁਣ ਕਹਿ ਕੇ ਥੱਕ ਲਿਆ। ਮੈਂ ਤਾਂ ਹੁਣ ਇਹ ਚਾਹੁੰਦਾ ਕਿ ਜਿਹੜੇ ਵਿਚਾਰੇ ਹੋਰ ਅੱਗੇ ਬੱਚੇ ਕੰਮ ਕਰ ਰਹੇ ਆ, ਉਹ ਵੀ ਅੱਗੇ ਕੁਝ ਕਹਿੰਦੇ ਕਿ ਤੁਹਾਡਾ ਤਾਂ ਬਣਦਾ ਨਹੀਂ ਅਰੁਣ ਜੀ, ਤੁਸੀਂ ਵਰਲਡ 'ਚ ਇਕੱਲੇ ਹੋ, ਸਾਡਾ ਕਿੱਥੋਂ ਬਣ ਜਾਏਗਾ। ਇਹਦੇ ਨਾਲ ਲੋਕਾਂ ਦਾ ਮਨੋਬਲ ਗਿਰ ਰਿਹਾ। ਉਹਦੇ ਵਿੱਚ ਜਿੰਨੇ ਵੀ ਆਰਟਿਸਟ ਲੋਕ ਮੇਰੇ ਕੋਲ ਆਉਂਦੇ ਆ, ਉਹ ਇਹੀ ਕਹਿੰਦੇ ਕਿ ਅਸੀਂ ਕੰਮ ਛੱਡ ਕੇ ਕੋਈ ਟੈਂਪੂ ਚਲਾ ਰਿਹਾ, ਕੋਈ ਕੁਝ ਕਰ ਰਿਹਾ। ਲੋਕਾਂ ਦੀ ਉਮੀਦਾਂ ਸਰਕਾਰਾਂ ਨਹੀਂ ਖਤਮ ਕਰੀਆਂ, ਅੱਗੇ ਵੀ ਸਰਕਾਰਾਂ ਹੀ ਖਤਮ ਕਰਨਗੀਆਂ।
ਸੋ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਸ਼ਹਿਰ ਹੈਗਾ ਜਿਹੜਾ ਨਗੀਨਾ ਸ਼ਹਿਰ ਕਿਹਾ ਜਾਂਦਾ ਹੈ, ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ। ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਪਟਿਆਲਾ ਸ਼ਹਿਰ ਨਗੀਨਾ ਆਵੇ 2 ਦਿਨ ਰਹੇ ਮਹੀਨਾ। ਤਾਂ ਲੋਕ ਜਿਹੜੇ ਆਉਂਦੇ ਨੇ ਉਹ ਵੀ ਪਟਿਆਲਾ ਦੇ ਹੋ ਕੇ ਰਹਿ ਜਾਂਦੇ ਨੇ। ਤਾਂ ਪਟਿਆਲਾ ਵਿਸ਼ਵ ਪੱਧਰ ਤੇ ਆਪਣੀ ਇੱਕ ਵੱਖਰੀ ਵਿਲੱਖਣ ਪਛਾਣ ਰੱਖਦਾ ਹੈ, ਕਿਉਂਕਿ ਪਟਿਆਲੇ ਦਾ ਜਿਹੜਾ ਨਾਂ ਹੈਗਾ ਉਹ ਇੰਨਾ ਜ਼ਿਆਦਾ ਪੂਰੇ ਵਿਸ਼ਵ ਦੇ ਵਿੱਚ ਕਹਿ ਲਈਏ ਕਿ ਮਸ਼ਹੂਰ ਹੈਗਾ ਆਪਣੀਆਂ ਚੀਜ਼ਾਂ ਦੇ ਲਈ। ਬੇਸ਼ੱਕ ਉਹ ਪਟਿਆਲਾ ਪੱਗ ਹੋਵੇ, ਪਟਿਆਲਾ ਪੈਗ ਹੋਵੇ, ਜਾਂ ਤੁਹਾਨੂੰ ਦੱਸਣ ਦੀ ਮੈਨੂੰ ਲੱਗਦਾ ਜ਼ਰੂਰਤ ਹੀ ਨਹੀਂ ਹੈ। ਕਿਉਂਕਿ ਪਰਾਂਦੀਆਂ ਦੀ ਗੱਲ ਕਰ ਲਈਏ, ਪਟਿਆਲਾ ਸ਼ਾਹੀ ਸਲਵਾਰਾਂ ਦੀ ਗੱਲ ਕਰ ਲਈਏ, ਹਰ ਜਗ੍ਹਾ ਤੇ ਪਟਿਆਲਾ ਇੱਕ ਵਿਲੱਖਣ ਜਿਹੜੀ ਜਗ੍ਹਾ ਹੈ ਉਹ ਰੱਖਦਾ ਹੈ। ਤਾਂ ਇੱਕ ਪਟਿਆਲਾ ਦਾ ਇਹ ਹੀਰਾ ਜਿਹੜਾ ਸਰਕਾਰਾਂ ਦੀ ਵਜ੍ਹਾ ਕਰਕੇ ਰੁਲਦਾ ਹੋਇਆ ਨਜ਼ਰ ਆ ਰਿਹਾ। ਤਾਂ ਅਰੁਣ ਜੀ, ਕੀ ਕਹੋਗੇ ਸਰਕਾਰਾਂ ਦੀ ਇਸ ਕਾਰਗੁਜ਼ਾਰੀ ਨੂੰ? ਕਿਉਂਕਿ ਨੇਤਾ ਲੋਕ ਨੇ ਜਿਹੜੇ ਉਹ ਬੰਦੇ ਦਾ ਭੇਜ ਦਿੰਦੇ ਨੇ ਕਿ ਅਰੁਣ ਜੀ ਸਾਡੀ ਤਸਵੀਰ ਬਣਾ ਕੇ ਦੇ ਦਿਓ। ਨਾ ਮੈਨੂੰ ਲੱਗਦਾ ਕਦੇ ਕਿਸੇ ਨੇ ਕੋਈ ਪੈਸਾ ਦਿੱਤਾ ਹੋਣਾ ਤਸਵੀਰਾਂ ਦਾ, ਨਾ ਹੀ ਕਦੇ ਬੁਲਾਉਣ ਦੀ ਕਦੇ ਕਹਿ ਕਹਿੰਦੇ ਹੁੰਦੇ ਆ, ਆਪਾਂ ਕਹਿ ਦਿੰਦੇ ਆ ਕਿ ਉਹਨਾਂ ਨੇ ਕੋਸ਼ਿਸ਼ ਹੀ ਕੀਤੀ ਹੋਣੀ, ਕਿ ਜ਼ਹਿਮਤੀ ਉਠਾਈ ਹੋਣੀ ਕਿ ਅਰੁਣ ਜੀ ਚਲੋ ਤੁਸੀਂ ਐਡੀ ਕਲਾਕਾਰੀ ਕਰਦੇ ਹੋ, ਸਾਨੂੰ ਮਿਲ ਲਓ। ਕੀ ਕਹਿਣਾ ਚਾਹੋਗੇ? ਕਦੇ ਇਹ ਤਸਵੀਰਾਂ ਦੀਆਂ ਵਗਾਰਾਂ ਤਾਂ ਆ ਜਾਂਦੀਆਂ ਨੇ, ਲੇਕਿਨ ਕਦੇ ਬੁਲਾਇਆ ਕਿਸੇ ਨੇਤਾ ਨੇ? ਨਹੀਂ ਜੀ ਨਹੀਂ, ਤਸਵੀਰਾਂ ਵਾਸਤੇ ਤਾਂ ਬਹੁਤ ਆਏ ਜੀ, ਸਾਨੂੰ ਦੇ ਦਿਓ ਸਾਨੂੰ ਦੇ ਦਿਓ, ਲੈ ਵੀ ਗਏ ਆ। ਮੈਂ ਨਾਮ ਨਹੀਂ ਲੈਂਦਾ, ਬੋਲਦਾ ਨਹੀਂ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਸਮਾਂ ਕੈਸਾ ਹੈ। ਬਹੁਤ ਕੁਝ ਹੋ ਲਿਆ, ਪਰ ਸਰਕਾਰਾਂ ਦੇ ਵਿੱਚ ਮੈਨੂੰ ਇੱਕ ਇਹ ਚੀਜ਼ ਦੀ ਹੈਰਾਨੀ ਹੁੰਦੀ ਹੈ ਕਿ ਮੈਂ ਜਿੱਥੇ ਵੀ ਜਾਂਦਾ, ਅਗਲਾ ਕਹਿੰਦਾ ਇਹ ਬੰਦਾ ਪੰਜਾਬ ਦਾ ਹੈ, ਪਟਿਆਲੇ ਦਾ ਹੈ। ਜਿੱਥੇ ਵੀ ਮੈਂ ਪੂਰੇ ਇੰਡੀਆ ਦੇ ਵਿੱਚ ਐਗਜੀਬਿਸ਼ਨ ਲਗਾਈਆਂ, ਕਿਉਂਕਿ ਪੰਜਾਬੀ ਮੈਂ ਉੱਥੇ ਇਕੱਲਾ ਖੜਾ ਹੁੰਦਾ ਸੀ। ਇੱਕ ਆਪਣਾ ਕੰਮ ਵੀ ਵੱਖਰਾ, ਇੱਕ ਪੰਜਾਬ ਦੇ ਵਿੱਚ ਜ਼ਿਆਦਾ ਬੰਦੇ ਐਗਜੀਬਿਸ਼ਨ ਲਗਾਉਂਦੇ ਨਹੀਂ, ਉਹ ਜ਼ਿਆਦਾਤਰ ਜੁੱਤੀ ਹੁੰਦੀ ਹੈ ਜਾਂ ਫੁਲਕਾਰੀ ਹੁੰਦੀ ਹੈ। ਮੇਰਾ ਕੰਮ ਬਿਲਕੁਲ ਡਿਫਰੈਂਟ ਸੀ। ਇੱਕ ਤਾਂ ਆਪਾਂ ਵੈਸੇ ਹੀ ਪੰਜਾਬੀ ਪੂਰੇ ਦੁਨੀਆ ਦੇ ਵਿੱਚ ਮਸ਼ਹੂਰ ਆ, ਪਟਿਆਲਾ ਵੀ ਮਸ਼ਹੂਰ ਹੈ, ਪੰਜਾਬੀ ਵੀ ਮਸ਼ਹੂਰ ਆ, ਤੇ ਉੱਤੋਂ ਮੈਂ ਕੰਮ ਐਸਾ ਕੱਢ ਕੇ ਲੈ ਗਿਆ, ਉਲਟਾ ਹੋਰ ਉਹਦਾ ਮਾਣ ਮਿਲ ਗਿਆ। ਪਰ ਜਿਹੜਾ ਵੀ ਆਂਦਾ ਅਗਲਾ ਕਹਿੰਦਾ ਯਾਰ ਇੱਕ ਤਾਂ ਪੰਜਾਬ ਐਸਾ ਅਲੱਗ ਤੋਂ ਕਰ ਰਿਹਾ, ਇੱਕ ਤੁਸੀਂ ਇਹੋ ਜਿਹਾ ਅਲੱਗ ਤੋਂ ਕੰਮ ਕਰ ਲਿਆ ਏ, ਪਰ ਤੁਹਾਨੂੰ ਸਰਕਾਰਾਂ ਦਾ ਤਾਂ ਸਾਥ ਮਿਲਦਾ ਹੋਣਾ। ਮੈਂ ਕਿਹਾ ਜੀ ਕੋਈ ਸਰਕਾਰ ਨਹੀਂ ਪੁੱਛਦੀ। ਉੱਥੋਂ ਸ਼ਰਮ ਆਉਂਦੀ ਆਪਣੇ ਆਪ ਨੂੰ ਕਿ ਸਰਕਾਰਾਂ ਇਸ ਚੀਜ਼ ਨੂੰ ਕਿਉਂ ਨਹੀਂ ਦੇਖਦੀਆਂ। ਫੋਟੋਆਂ ਲੈ ਲਓ, ਫੋਟੋਆਂ ਲੈ ਕੇ ਲਗਾ ਲਓ, ਸਾਨੂੰ ਦੇ ਦਿਓ ਸਾਨੂੰ ਦੇ ਦਿਓ ਸਾਨੂੰ ਦੇ ਦਿਓ, ਉਸ ਤੋਂ ਬਾਅਦ ਕੋਈ ਨਹੀਂ ਪੁੱਛਦਾ ਜੀ। ਸਭ ਆਪਣੀ ਆਪਣੀ ਖੇਡ ਖਿਡਾ ਕੇ ਲੱਗੇ ਹੋਏ ਆ। ਸੋ ਉਹ ਵੱਡਾ ਦੁਖਾਂਤ ਕਿਹਾ ਜਾ ਸਕਦਾ ਹੈ ਇਸ ਗੱਲ ਨੂੰ ਕਿ ਇੱਕ ਕਲਾਕਾਰ ਜਿਸ ਦੇ ਹੱਥ ਦੇ ਵਿੱਚ ਇੱਕ ਅਣਮੁੱਲੀ ਕਲਾ ਹੈਗੀ ਹੈ, ਜਿਹੜੀ ਵਿਸ਼ਵ ਦੇ ਵਿੱਚ ਜੇ ਕਹਿ ਲਈਏ ਕਿਸੇ ਇਨਸਾਨ ਦੇ ਕੋਲ ਨਹੀਂ ਹੈ, ਲੇਕਿਨ ਉਸ ਕਲਾਕਾਰ ਦੇ ਨਾਲ ਸਰਕਾਰਾਂ ਦਾ ਵਤੀਰਾ ਕਿਹੋ ਜਿਹਾ, ਇਹ ਬੜੀ ਸੋਚਣ ਵਾਲੀ ਗੱਲ ਹੈ। ਲੇਕਿਨ ਜਾਣ ਲੈਂਦੇ ਹਾਂ, ਅਰੁਣ ਜੀ ਆਈਡੀਆ ਕਿਸ ਤਰ੍ਹਾਂ ਆਇਆ, ਕਿਸ ਤਰ੍ਹਾਂ ਸੋਚਿਆ ਕਿ ਇਸ ਤਰ੍ਹਾਂ ਦਾ ਕੰਮ ਕੀਤਾ ਜਾਵੇ? ਕਿਉਂਕਿ ਬੜੇ ਯੂਨੀਕ ਜੀ ਕਲਾ ਹੈ, ਯੂਨੀਕ ਜਿਹਾ ਆਈਡੀਆ। ਕਿਉਂਕਿ ਹਰ ਕੋਈ ਬੰਦਾ ਇਸ ਨੂੰ ਹੱਥ ਨਹੀਂ ਪਾਉਂਦਾ, ਕਿਉਂਕਿ 3 ਮਹੀਨੇ 4 ਮਹੀਨੇ ਸਾਲ 3 ਸਾਲ ਇੱਕ ਤਸਵੀਰ ਨੂੰ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਜੀ ਹੈ। ਜੀ ਜੀ, ਮੇਰਾ ਪ੍ਰੋਫੈਸ਼ਨ ਸੀ ਜੀ ਸਟਿਚਿੰਗ ਦਾ, ਮੇਰੇ ਫਾਦਰ ਸਾਹਿਬ ਦਾ ਕੰਮ ਸੀ। 10ਵੀਂ ਤੋਂ ਬਾਅਦ ਜਦ ਮੈਨੂੰ 3 ਮਹੀਨੇ ਦੀਆਂ ਛੁੱਟੀਆਂ ਹੋਈਆਂ, ਉਸ ਤੋਂ ਬਾਅਦ ਫਿਰ ਮੈਂ ਸ਼ਾਪ ਤੇ ਆ ਗਿਆ। ਪਾਪਾ ਕਹਿੰਦੇ ਸੀ ਕੰਮ ਕਰਨਾ ਸ਼ਾਪ ਤੇ ਕਰ ਲਓ, ਕਿਉਂਕਿ ਉਸ ਤੋਂ ਬਾਅਦ ਫਿਰ ਮੈंने ਕਿਹਾ ਸੀ ਤੁਹਾਡਾ ਸਟਿਚਿੰਗ ਦਾ ਨਹੀਂ ਕਰਾਂਗਾ, ਮੈਂ ਐਮਬਰਾਇਡਰੀ ਦਾ ਕੰਮ ਕਰਾਂਗਾ, ਕਢਾਈ ਦਾ ਕੰਮ ਕਰਾਂਗਾ। ਉਹਦੇ 'ਚ ਮੈंने ਡਰੈਸਾਂ ਬਣਾਈਆਂ। 13 ਸਾਲ ਤਾਂ ਮੈਂ ਸਿੰਗਰਾਂ ਦੀਆਂ ਡਰੈਸਾਂ ਬਣਾਉਂਦਾ ਰਿਹਾ। ਮੈਨੂੰ ਟੋਟਲ ਕੰਮ ਕਰਦੇ ਨੂੰ ਤਾਂ 28 29 ਸਾਲ ਹੋ ਗਏ। ਇਹ ਜਿਹੜਾ ਮੈंने ਆਰਟ ਕੱਢਿਆ ਇਹਨੂੰ ਮੈਨੂੰ 20 ਸਾਲ ਹੋ ਗਏ। ਜਦ ਮੈਂ ਇਸ ਕੰਮ ਦੇ ਵਿੱਚ ਆ ਗਿਆ, ਮੈਨੂੰ ਖਾਬ ਆਇਆ ਸੀ, ਮੈਂ ਗੁਰੂ ਨਾਨਕ ਦੇਵ ਜੀ ਦਾ ਸਰੂਪ ਬਣਾ ਰਿਹਾ ਸੀ ਖਾਬ ਦੇ ਵਿੱਚ ਬੈਠਾ। ਉਹ ਮੈਨੂੰ ਖਾਬ ਜਦ ਦਿਖਿਆ, ਮੈਂ ਸੋਚਿਆ ਸੀ ਕਿ ਇਹ ਧਾਗੇ ਨਾਲ ਐਵੇਂ ਹੋ ਸਕਦਾ ਹੈ? ਕਿ ਅਗਰ ਮੈਂ ਮਸ਼ੀਨ ਦੇ ਨਾਲ ਇਹ ਸਰੂਪ ਬਣਾ ਰਿਹਾ ਸੀ, ਇਹ ਹੋ ਸਕਦਾ ਹੈ? ਸ਼ਾਇਦ ਮੈਨੂੰ ਰਾਹ ਕਿਉਂ ਨਾ ਦਿਖਾਈ ਜਾਵੇ। ਉਹ ਰਾਹ ਤੇ ਸੋਚਿਆ ਮੈਨੂੰ ਕੀ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਮੈਨੂੰ ਰਾਹ ਦਿਖਾਈ ਹੈ, ਮੈਂ ਉਸ ਰਾਹ ਤੇ ਚੱਲਣਾ ਹੈ। ਮੈਂ ਉਸ ਰਾਹ ਤੇ ਚੱਲ ਪਿਆ ਜੀ। ਮੈंने ਗੁਰੂ ਜੀ ਦਾ ਸਰੂਪ ਬਣਾਇਆ, ਬਾਬਾ ਜੀ ਦਾ, ਲੋਕਾਂ ਨੂੰ ਦਿਖਾਇਆ, ਲੋਕਾਂ ਨੂੰ ਬੜਾ ਪਸੰਦ ਆ ਗਿਆ। ਉਸ ਤੋਂ ਬਾਅਦ ਫਿਰ ਦੂਜਾ ਮੈंने ਸੋਚਿਆ ਸੀ ਮੈਂ ਬੜਾ ਕੁਝ ਕਰਾਂਗਾ। ਉਹ ਫਿਰ ਮੈंने ਕ੍ਰਿਸ਼ਨ ਜੀ ਦਾ ਸ਼ੁਰੂ ਕਰਤਿਆ। ਕ੍ਰਿਸ਼ਨ ਜੀ ਨੂੰ ਬਣਾਉਂਦੇ ਬਣਾਉਂਦੇ ਮੈਨੂੰ ਪਹਿਲਾਂ ਕ੍ਰਿਸ਼ਨ ਜੀ ਨੂੰ ਬਣਾਉਂਦੇ 1 ਸਾਲ ਲੱਗਿਆ, ਜਿਹੜੀ ਦੀ ਬੈਕਗਰਾਉਂਡ ਸੀ ਉਹਨੂੰ ਬਣਾਉਣ ਨੂੰ ਮੈਨੂੰ 2 ਸਾਲ ਲੱਗ ਗਏ। ਬਸ ਉਸ ਤੋਂ ਬਾਅਦ ਮੇਰਾ ਇਹ ਸਟੈਪ ਹੌਲੀ ਹੌਲੀ ਚੱਲਦੇ ਰਹੇ। ਫਿਰ ਲੋਕਾਂ ਦੇ ਪੋਰਟਰੇਟ ਬਣਾਉਣ ਲੱਗ ਗਿਆ, ਵੱਡੀਆਂ ਤੋਂ ਵੱਡੀਆਂ ਤਸਵੀਰਾਂ ਬਣਨ ਲੱਗ ਗਈਆਂ। ਸੋ ਗੱਲ ਕਰ ਲਈਏ ਇੱਕ ਹੋਰ ਤਸਵੀਰ ਤੁਸੀਂ ਸਾਹਮਣੇ ਲਗਾਈ ਹੋਈ ਹੈ। ਮੈਂ ਚਾਹੂੰਗਾ ਕਿ ਇਹ ਤਸਵੀਰ ਬਣਾਉਣ ਜਾ ਰਹੇ ਹੋ, ਹੁਣ ਇਹ ਤਸਵੀਰ ਕੀ ਬਿਆਨ ਕਰਦੀ ਹੈ? ਮੇਰਾ ਜੀ ਬੜਾ ਇੱਕ ਮਨ ਸੀ ਕਿ ਮੈਂ ਦਰਬਾਰ ਸਾਹਿਬ ਦਾ ਵੱਡਾ ਪੋਰਟਰੇਟ ਬਣਾਉਣਾ ਚਾਹੁੰਦਾ। ਬਹੁਤ ਦੇਰ ਤੋਂ ਮੇਰੀ ਤਮੰਨਾ ਸੀ, ਕਿਉਂਕਿ ਮੈਂ ਲੋਕਾਂ ਦੇ ਮੈਨੂੰ ਕੰਮ ਆ ਰਹੇ ਸੀ, ਆਰਡਰਸ ਆ ਰਹੇ ਸੀ। ਫਿਰ ਮੈंने ਹੁਣ ਬਣਾ ਰਿਹਾ। ਮੈਂ 1835 ਦਾ ਹੈ, ਕਿਉਂਕਿ ਪਿੱਛੇ ਦਰਬਾਰ ਸਾਹਿਬ ਦੀ ਫੋਟੋ ਉਸ ਟਾਈਮ ਨਾ ਜਿਹੜਾ ਬਾਬਾ ਜੀ ਦਾ ਪ੍ਰਕਾਸ਼ ਬਾਹਰ ਹੀ ਕਰਿਆ ਜਾਂਦਾ ਸੀ। ਉਹ ਆ ਦੇਖੋ ਮਹਾਰਾਜਾ ਰਣਜੀਤ ਸਿੰਘ ਜੀ ਬੈਠੇ ਹੈ, ਪੂਰੀ ਸੈਨਾ ਖੜੀ ਹੈ। ਉਹ ਉੱਥੇ ਪਿੱਛੇ ਇਹ ਜਿਹੜੇ ਪੁਰਾਣਾ ਟਾਈਪ ਬਣ ਰਿਹਾ ਨਾ, ਇਹ ਮੈਂ ਹੁਣ ਬਣਾ ਰਿਹਾ ਜੀ 3 ਫੁੱਟ ਦਾ। ਇਹ ਮੇਰਾ ਅਗਲੇ ਮਹੀਨੇ ਤੱਕ ਪੂਰਾ ਹੋ ਜਾਏਗਾ। ਫਿਰ ਲੋਕ ਇਹਨਾਂ ਨੂੰ ਦਿਖਾਵਾਂਗੇ ਕਿ ਕਿੱਦਾਂ ਦਾ ਬਣਿਆ। ਮੈਂ ਤਾਂ ਇਹਨੂੰ ਲੱਗਿਆ ਘੱਟੋ ਘੱਟ 7-8 ਮਹੀਨੇ ਹੋ ਗਏ ਮੈਨੂੰ ਬਣਾ ਰਿਹਾ ਜੀ। ਸੋ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਅਰੁਣ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਵੀ ਬਣਾ ਚੁੱਕੇ ਨੇ, ਜੋ ਕਿ ਬੜਾ ਵਿਲੱਖਣ ਤਸਵੀਰ ਹੈ ਜਿਹੜੀ ਉਹ ਬਣਾਈ ਗਈ ਸੀ। ਤਾਂ ਦੂਜੇ ਪਾਸੇ ਜਿਹੜੇ ਅਵਾਰਡ ਹੈਗੇ ਨੇ, ਅਵਾਰਡ ਤਾਂ ਬਹੁਤ ਦਿੱਤੇ ਗਏ, ਲੇਕਿਨ ਸਰਕਾਰਾਂ ਵੱਲੋਂ ਕਿਤੇ ਨਾ ਕਿਤੇ ਅਣਗਹਿਲੀ ਜਿਹੜੀ, ਜਾਂ ਫਿਰ ਕਹਿ ਲਈਏ ਕਿ ਸਰਕਾਰਾਂ ਵੱਲੋਂ ਕਿਨਾਰਾ ਜਿਹੜਾ ਕੀਤਾ ਗਿਆ। ਕਿਉਂਕਿ ਸਰਕਾਰਾਂ ਅਕਸਰ
ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਜੇਕਰ ਕੋਈ ਇਨਸਾਨ ਹੈਗਾ ਜਿਸ ਦੇ ਵਿੱਚ ਕਲਾ ਹੈਗੀ ਆ, ਪਹਿਲਾਂ ਤੁਹਾਨੂੰ ਉਹ ਦਰਬਾਰ ਦਿਖਾ ਦਿੰਦੇ ਆ। ਤੁਸੀਂ ਦੇਖੋ ਕਿੰਨੀ ਬਰੀਕੀ ਦੇ ਨਾਲ ਇਸ ਚੀਜ਼ ਨੂੰ ਬਣਾਇਆ ਗਿਆ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਹੈਗਾ ਜਿਹੜਾ, ਇਹ ਦਰਬਾਰ ਲੱਗਦਾ, ਉਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬੈਠੇ ਹੋਏ ਨਜ਼ਰ ਆਉਂਦੇ ਨੇ। ਗੱਲ ਕਰ ਲਈਏ, ਇਹ ਤਸਵੀਰ ਇਸ ਸਮੇਂ ਇੱਥੇ ਨਹੀਂ ਹੈਗੀ, ਨਹੀਂ ਤੁਹਾਨੂੰ ਤਸਵੀਰ ਜ਼ਰੂਰ ਦਿਖਾਉਂਦੇ। ਮਹਾਰਾਜਾ ਰਣਜੀਤ ਸਿੰਘ ਮੁਸ਼ਕਿਲਾਂ ਸੁਣ ਰਹੇ ਨੇ ਲੋਕਾਂ ਦੀਆਂ, ਤਾਂ ਇੱਥੇ ਤਸਵੀਰ ਦੇ ਵਿੱਚ ਕਰੀਬਨ 10,000 ਲੋਕਾਂ ਨੂੰ ਬਣਾਉਣਾ ਕੋਈ ਛੋਟੀ ਗੱਲ ਨਹੀਂ ਆ, ਬਹੁਤ ਵੱਡਾ ਚੈਲੰਜ ਹੈ। ਕਰੀਬਨ 8-10,000 ਲੋਕਾਂ ਦੀ ਤਸਵੀਰ ਜਿਹੜੇ ਵਿੱਚ ਚਿਹਰੇ ਬਣਾਉਣੇ ਔਰ ਹੂਬਹੂ ਸਾਫ਼ ਚਿਹਰੇ ਦੇਖੇ ਜਾ ਸਕਦੇ ਨੇ, ਤਾਂ ਕਲਾ ਦਾ ਅੰਦਾਜ਼ਾ ਇੱਥੋਂ ਲਗਾਉਣਾ ਕੋਈ ਮੁਸ਼ਕਿਲ ਨਹੀਂ ਹੈ ਕਿ ਆਖਰ ਕਿੱਡੀ ਵੱਡੀ ਕਲਾ ਅਰੁਣ ਬਜਾਜ ਆਪਣੇ ਹੱਥ ਦੇ ਵਿੱਚ ਲੈ ਕੇ ਬੈਠਾ ਹੋਇਆ। ਲੇਕਿਨ ਸਰਕਾਰਾਂ ਦੀ ਨਲਾਇਕੀ ਕਹੀ ਜਾ ਸਕਦੀ ਹੈ, ਕਿਉਂਕਿ ਦੇਖੋ ਇੰਨਾ ਲੰਬਾ ਸਮਾਂ ਬੀਤ ਜਾਣ ਦੇ ਬਾਅਦ, ਪਟਿਆਲਾ ਦਾ ਵਾਸੀ ਹੋਣ ਦੇ ਚਲਦੇ, ਪਟਿਆਲਾ ਦਾ ਮੁੱਖ ਮੰਤਰੀ 2 ਵਾਰ ਰਿਹਾ ਹੋਵੇ, ਲੇਕਿਨ ਇੱਕ ਕਲਾਕਾਰ ਨੂੰ ਉਸ ਦੀ ਬਣਦੀ ਨਾ ਤਾਂ ਪਛਾਣ ਮਿਲ ਸਕੀ ਹੋਵੇ ਸਟੇਟ ਦੇ ਵਿੱਚ, ਕਿਉਂਕਿ ਸਟੇਟ ਨੇ ਨਾ ਤਾਂ ਕੋਈ ਅਵਾਰਡ ਦਿੱਤਾ, ਨਾ ਹੀ ਸਟੇਟ ਨੇ ਬੁਲਾਇਆ, ਨਾ ਹੀ ਸਟੇਟ ਨੇ ਕੋਈ ਜਗ੍ਹਾ ਦਿੱਤੀ ਕਿ ਕੋਈ ਇੰਸਟੀਚਿਊਟ ਬਣਾਇਆ ਜਾਵੇ। ਕਿਉਂਕਿ ਇਹਨਾਂ ਦੇ ਦਿਲੀ ਤਮੰਨਾ ਸੀ ਕਿ ਇਹ ਕਲਾ ਹੈਗੀ ਜਿਹੜੀ ਕਿਤੇ ਮੇਰੇ ਨਾਲ ਹੀ ਨਾ ਚਲੀ ਜਾਵੇ, ਹੋਰ ਜਿਹੜੇ ਲੋਕ ਹੈਗੇ ਨੇ, ਹੋਰ ਜਿਹੜੇ ਬੱਚੇ ਹੈਗੇ ਨੇ, ਉਹ ਇਹ ਕਲਾ ਨੂੰ ਅੱਗੇ ਵਧਾਉਣ, ਕਿਉਂਕਿ ਯੂਨੀਕ ਕਲਾ ਹੈਗੀ ਆ। ਮੈਨੂੰ ਨਹੀਂ ਲੱਗਦਾ ਤੁਸੀਂ ਪਹਿਲਾਂ ਕਦੇ ਅਜਿਹੀ ਕਲਾਕਾਰੀ ਜਿਹੜੀ ਦੇਖੀ ਹੋਵੇਗੀ। ਅਰੁਣ ਜੀ, ਗੱਲ ਕਰ ਲਈਏ, ਸੁਪਨਾ ਸੀ ਇੱਕ ਕਿ ਇੰਸਟੀਚਿਊਟ ਬਣਾਇਆ ਜਾਵੇ, ਤਾਂ ਫਿਰ ਕਿਸ ਤਰ੍ਹਾਂ ਵਿੱਚ ਹੀ ਰਹਿ ਗਿਆ? ਦੇਖੋ ਜੀ, ਮੈਂ ਬਣਾਉਂਦਾ ਰਹਿਣਾ ਕੰਮ। ਮੇਰਾ ਮਨ ਤਾਂ ਸੀ ਕਿ ਮੈਂ ਇੱਕ ਇੰਸਟੀਚਿਊਟ, ਮੈਨੂੰ ਸਰਕਾਰ ਮੇਰੀ ਮਦਦ ਕਰੇ ਕਿ ਇੰਸਟੀਚਿਊਟ ਦੇ ਵਿੱਚ ਮੈਂ ਲੋਕਾਂ ਨੂੰ ਅੱਗੇ ਕੰਮ ਸਿਖਾ ਪਾਵਾਂ, ਉਹ ਆਪਣੇ ਘਰ ਦਾ ਖਰਚਾ ਚਲਾ ਪਾਉਣ, ਉਹ ਅੱਗੇ ਸਿਖਾ ਪਾਉਣ। ਕਿਉਂਕਿ ਪੈਸਾ ਲੈ ਕੇ ਤਾਂ ਦੇਖੋ ਇੰਸਟੀਚਿਊਟ ਮੈਂ ਖੋਲ ਸਕਦਾ, ਜਿੰਨਾ ਮਰਜ਼ੀ ਪੈਸਾ ਇਕੱਠਾ ਕਰ ਲਾਂਗਾ, ਪਰ ਮੈਂ ਉਹ ਪੈਸਾ ਨਹੀਂ ਲੈਣਾ ਚਾਹੁੰਦਾ। ਮੈਂ ਆਪਣੇ ਜੋ ਹੱਕ ਲਾਲ ਦੀ, ਜੋ ਮੇਰੇ ਹੱਥਾਂ ਦੀ ਕਮਾਈ ਹੈ, ਮੈਂ ਉਹ ਲੈਣਾ ਚਾਹੁੰਦਾ। ਸਰਕਾਰ ਮੈਨੂੰ ਉਹਦੇ 'ਚ ਮਦਦ ਕਰੇ, ਮੈਨੂੰ ਸਰਕਾਰ ਦੇਵੇ ਤਾਂ ਮੈਂ ਲੋਕਾਂ ਨੂੰ ਅੱਗੇ ਸਿਖਾ ਪਾਵਾਂ ਫ੍ਰੀ ਦੇ ਵਿੱਚ। ਕਿਸੇ ਤੋਂ ਕੋਈ ਰੁਪਈਆ ਨਹੀਂ ਲੈਣਾ, ਸਭ ਨੂੰ ਫ੍ਰੀ ਦੇ ਵਿੱਚ ਸਿਖਾਉਣਾ ਕੰਮ, ਚਾਹੇ ਉਹਦੇ 'ਚ ਮੈਂ 2 ਘੰਟੇ ਦੇਵਾਂ, ਚਾਹੇ 3 ਘੰਟੇ ਦੇਵਾਂ, ਜਾਂ ਜਿੰਨੇ ਮਰਜ਼ੀ ਟਾਈਮ ਦੇਵਾਂ, ਪਰ ਇਹ 'ਚ ਸਰਕਾਰ ਦੀ ਮਦਦ ਹੋਏਗੀ ਤਾਂ ਮੈਂ ਅੱਗੇ ਸਿਖਾ ਪਾਵਾਂਗਾ। ਹੁਣ ਵੀ ਮੇਰੇ ਕੋਲੇ 7-8 ਬੰਦੇ ਕੰਮ ਸਿੱਖ ਕੇ ਜਾ ਚੁੱਕੇ ਹੈ, ਪਰ ਉਹਦੇ ਵਿੱਚ ਇਹ ਕੰਮ ਨੂੰ ਦੇਖ ਕੇ ਇਸ ਨੂੰ ਟਾਈਮ ਲੱਗਦਾ। ਬਾਕੀ ਦਾ ਕੰਮ ਕਰ ਲੈਂਦੇ ਆ, ਸੂਟ ਬਣਾ ਲੈਣਗੇ, ਕੁੜਤਾ ਬਣਾ ਲੈਣਗੇ, ਪਰ ਜਿਹੜੀ ਫੋਟੋ ਬਣਾਉਣੀ ਹੈ ਨਾ, ਤਸਵੀਰ ਬਣਾਉਣੀ, ਇਹਦੇ ਵਾਸਤੇ ਬਹੁਤ ਟਾਈਮ ਚਾਹੀਦਾ। ਸੋ ਤੁਹਾਨੂੰ ਦੱਸ ਦਈਏ ਕਿ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਅਜਿਹੀਆਂ ਤਸਵੀਰਾਂ ਬਣਾਉਣੀਆਂ। ਜੇਕਰ ਗੱਲ ਕਰ ਲਈਏ ਤਾਂ ਅਰੁਣ ਵੱਲੋਂ ਇੱਕ ਚੈਲੰਜ ਲਿਆ ਗਿਆ ਅੱਜ ਤੋਂ 20 ਸਾਲ ਪਹਿਲਾਂ, ਇਹ ਮਨ ਦੇ ਵਿੱਚ ਗੱਲ ਆਈ। ਉਸ ਤੋਂ ਬਾਅਦ ਇਹ ਜਿਹੜਾ ਸਿਲਸਿਲਾ ਸ਼ੁਰੂ ਹੋਇਆ, ਕਿਸ ਤਰ੍ਹਾਂ ਦੇ ਨਾਲ ਤਸਵੀਰਾਂ ਬਣੀਆਂ, ਉਸ ਤੋਂ ਬਾਅਦ ਵੱਡੇ ਵੱਡੇ ਲੋਕਾਂ ਨੇ ਜਿਹੜੇ ਟਵੀਟ ਤੱਕ ਕੀਤੇ, ਵੱਡੇ ਵੱਡੇ ਲੋਕਾਂ ਨੇ ਦੱਸਿਆ ਕਿ ਇਸ ਕਲਾਕਾਰ ਨੂੰ ਦੇਖੋ। ਲੋਕਾਂ ਨੇ ਦੇਖਿਆ ਵੀ, ਵਿਦੇਸ਼ਾਂ ਤੱਕ ਲੋਕਾਂ ਨੇ ਸਰਾਹਿਆ ਵੀ, ਲੇਕਿਨ ਸਾਡੀਆਂ ਸਰਕਾਰਾਂ ਨੇ ਕਿਤੇ ਨਾ ਕਿਤੇ ਅਣਗੌਲਿਆ ਕੀਤਾ। ਲੇਕਿਨ ਇੱਕ ਵਾਰ ਫੇਰ ਤੋਂ ਹੁਣ ਸਰਕਾਰ ਬਦਲੀ ਹੈ, ਕਿਉਂਕਿ ਪਹਿਲਾਂ ਵੀ ਅਕਾਲੀ ਦਲ ਦੀ ਸਰਕਾਰ ਸੀ, ਤਾਂ ਬਾਦਲ ਸਾਹਿਬ ਤਸਵੀਰ ਤਾਂ ਜ਼ਰੂਰ ਲੈ ਗਏ ਹੋਣੇ। ਮੈਨੂੰ ਲੱਗਦਾ ਕਿ ਫਰਜ਼ ਨਹੀਂ ਸਮਝਿਆ ਕਿ ਕੋਈ ਅਵਾਰਡ ਦਿੱਤਾ ਜਾਵੇ। ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣੀ ਤਾਂ ਕੈਪਟਨ ਸਾਹਿਬ ਦੇ ਘਰ ਵੀ ਬਹੁਤ ਸਾਰੀਆਂ ਤਸਵੀਰਾਂ ਗਈਆਂ, ਲੇਕਿਨ ਉਹਨਾਂ ਨੇ ਫਰਜ਼ ਨਹੀਂ ਸਮਝਿਆ ਕਿ ਇਸ ਇਨਸਾਨ ਨੂੰ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਕਹਿ ਲਈਏ। ਆ ਦੇਖੋ, ਤੁਹਾਨੂੰ ਇੱਕ ਤਸਵੀਰ ਦਿਖਾਉਂਦੇ ਆ, ਇਹ ਤਸਵੀਰ ਦੇਖ ਲਓ ਤੁਸੀਂ, ਸ਼ਾਹੀ ਖਾਨਦਾਨ ਦੀ ਇਹ ਤਸਵੀਰ ਹੈਗੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਯਾਦਵਿੰਦਰ ਸਿੰਘ ਦੀ। ਤਾਂ ਗੱਲ ਕਰ ਲਈਏ, ਵੱਡੀ ਗੱਲ ਹੋ ਜਾਂਦੀ ਹੈ ਕਿ ਇੱਕ ਇਨਸਾਨ ਵੱਲੋਂ ਬਹੁਤ ਸਾਰੀਆਂ ਤਸਵੀਰਾਂ ਬਣਾਈਆਂ ਜਾਂਦੀਆਂ ਨੇ, ਉਸ ਖਾਨਦਾਨ ਦੀਆਂ ਤਸਵੀਰਾਂ, ਉਹਨਾਂ ਦੇ ਬੈਡਰੂਮਾਂ ਦੇ ਵਿੱਚ ਵੀ ਇਹ ਤਸਵੀਰਾਂ ਲੱਗੀਆਂ ਹੋਈਆਂ ਨੇ, ਲੇਕਿਨ ਕਿਤੇ ਫਰਜ਼ ਨਹੀਂ ਸਮਝਿਆ ਕਿ ਇਸ ਇਨਸਾਨ ਨੂੰ ਕੋਈ ਮਦਦ ਕੀਤੀ ਜਾਵੇ ਤਾਂ ਜੋ ਇਸ ਦਾ ਜਿਹੜਾ ਸੁਪਨਾ ਹੈਗਾ, ਜੋ ਇਹਨੇ ਸੁਪਨਾ ਦਿਲ ਦੇ ਵਿੱਚ ਸਜੋਇਆ ਕਿ ਇੱਕ ਇੰਸਟੀਚਿਊਟ ਬਣਾਇਆ ਜਾਵੇ, ਉਹ ਸੁਪਨਾ ਜਿਹੜਾ ਪੂਰਾ ਕੀਤਾ ਜਾ ਸਕੇ। ਲੇਕਿਨ ਕਿਤੇ ਨਾ ਕਿਤੇ ਮਨ ਦੇ ਵਿੱਚ ਹੁਣ ਇੱਕ ਟੀਸ ਜ਼ਰੂਰ ਹੈਗੀ ਹੈ। ਉਸ ਟੀਸ ਨੂੰ ਲੈ ਕੇ ਵੀ ਗੱਲ ਕਰਦੇ ਆ। ਅਰੁਣ ਜੀ, ਵਿਦੇਸ਼ ਜਾਣ ਬਾਰੇ ਗੱਲ ਕਰ ਰਹੇ ਤੁਸੀਂ, ਕੀ ਹੁਣ ਸੋਚਿਆ ਹੈਗਾ ਕਿ ਹਿੰਦੁਸਤਾਨ ਦੇ ਵਿੱਚ ਪੈਦਾ ਹੋਏ, ਇੱਥੇ ਇੱਕ ਕਲਾ ਜਿਹੜੀ ਵਿਲੱਖਣ ਕਲਾ ਜਿਹੜੀ ਲੋਕਾਂ ਦੇ ਸਾਹਮਣੇ ਲੈ ਕੇ ਆਂਦੀ, ਹਿੰਦੁਸਤਾਨ ਦਾ ਨਾਂ ਬਣਾਇਆ, ਪਟਿਆਲੇ ਦਾ ਨਾਂ ਬਣਾਇਆ, ਪੰਜਾਬ ਦਾ ਨਾਂ ਬਣਾਇਆ, ਲੇਕਿਨ ਸਰਕਾਰਾਂ ਦੀ ਬੇਰੁਖੀ ਕਰਕੇ ਵਿਦੇਸ਼ ਵੱਲ ਰੁਖ ਕਰਨ ਦਾ ਜਿਹੜਾ ਮਨ ਬਣਾਇਆ, ਆਖਰ ਮਾਮਲਾ ਕੀ ਹੈ? ਦੇਖੋ ਜੀ, ਵਿਦੇਸ਼ ਜਾਣ ਨੂੰ ਤਾਂ ਬਹੁਤ ਦੇਰ ਤੋਂ ਮਨ ਕਰ ਰਿਹਾ ਕਿ ਬਾਹਰ ਚਲਾ ਜਾਵਾਂ, ਪੈਸਾ ਤਾਂ ਬਹੁਤ ਕਮਾ ਸਕਦੇ ਆ, ਲੋਕਾਂ ਦਾ ਪਿਆਰ ਤਾਂ ਮੈਨੂੰ ਉਰੇ ਵੀ ਮਿਲ ਰਿਹਾ। ਅਗਰ ਆਪਾਂ ਕੁਝ ਦੇਖੋ, ਚਾਹੇ ਬੰਦਾ ਖਰਬਾਂ ਰੁਪਇਆ ਕਮਾ ਲੇ, ਉਹਦੀ ਕਦੀ ਅੰਦਰੋਂ ਤ੍ਰਿਪਤਾ ਪੂਰੀ ਨਹੀਂ ਹੁੰਦੀ, ਪਰ ਜਿਹੜਾ ਆਰਟਿਸਟ ਐਸਾ ਹੈਗਾ ਕਿ ਜਿਹਦੇ 'ਚ ਕਹਿੰਦਾ ਖਰਚਾ ਚੱਲਦਾ ਰਵੇ, ਕਿ ਇਹਦੇ 'ਚ ਇਹ ਹੁੰਦਾ ਕਿ ਜਿੰਨਾ ਪੈਸਾ ਆਪਣੇ ਕੋਲ ਆ ਗਿਆ, ਆਪਾਂ ਉਸ ਪੈਸੇ ਨੂੰ ਐਡਜਸਟ ਕਰਕੇ ਲੋਕਾਂ ਦੇ ਵਿੱਚ ਲਗਾ ਸਕੀਏ, ਵਿੱਚ ਵਿਚਰ ਸਕੀਏ। ਮੈਨੂੰ ਸਰਕਾਰਾਂ ਤੋਂ ਇਸ ਚੀਜ਼ ਦਾ ਦੁੱਖ ਲੱਗਿਆ ਕਿ
ਬੰਦਾ ਮਰਦਾ ਮਰ ਜਾਏਗਾ, ਸਰਕਾਰ ਉਹਦੀ ਹੈਲਪ ਨਹੀਂ ਕਰਦੀ, ਚਾਹੇ ਉਹ ਆਪਣੇ ਵੱਲੋਂ ਪੂਰੀ ਜ਼ਿੰਦਗੀ ਲਾ ਦੇ ਇੱਕ ਨਵੀਂ ਚੀਜ਼ ਦੇ ਉੱਪਰ ਬਣਾਉਣ ਦੇ ਉੱਪਰ, ਪਰ ਸਰਕਾਰਾਂ ਉਹਦੀਆਂ ਸਾਥ ਨਹੀਂ ਦਿੰਦੀਆਂ। ਜਿਹੜੀ ਬਾਹਰਲੀ ਸਰਕਾਰਾਂ ਹੈਗੀਆਂ ਉਹ ਸਪੋਰਟ ਦਿੰਦੀਆਂ, ਉਹ ਕਹਿੰਦੇ ਆ ਸਾਡੇ ਕੋਲ ਆਓ, ਅਗਰ ਕੋਈ ਚੀਜ਼ ਤੁਸੀਂ ਵੱਖਰੀ ਕਰਦੇ ਹੋ ਤਾਂ ਸਾਡੇ ਕੋਲ ਆਓ। ਪਰ ਮੇਰਾ ਮਨ ਇਹ ਸੀ ਕਿ ਮੈਂ ਬਾਹਰ ਜਾਣ ਨਾਲੋਂ ਕਿ ਉਰੀ ਮੈਂ ਅੱਗੇ ਬੱਚਿਆਂ ਨੂੰ ਕੰਮ ਸਿਖਾ ਕੇ ਆਪਣੇ ਕੰਮ ਨੂੰ, ਦੇਖੋ ਮੈਂ ਤਾਂ ਸਫਲ ਹੋ ਗਿਆ, ਮੇਰੇ ਤਾਂ ਲੋਕਾਂ ਨੇ ਪਸੰਦ ਕਰ ਲਿਆ, ਜੋ ਮੈਨੇ ਕਰਨਾ ਸੀ ਜ਼ਿੰਦਗੀ 'ਚ ਮੈਨੇ ਕਰ ਲਿਆ। ਪਰ ਮੈਂ ਚਾਹੁੰਦਾ ਕਿ ਅਗਰ ਕੋਈ ਬੱਚੇ ਐਸਾ ਸਿੱਖ, ਇੱਕ ਬੱਚਾ ਵੀ ਹੋਰ ਸਿੱਖ ਜਾਂਦਾ ਇਹ ਫੋਟੋ ਤਸਵੀਰ ਬਣਾਉਣੀ, ਤਾਂ ਉਹ ਅੱਗੇ ਕਿੰਨਿਆਂ ਨੂੰ ਸਿਖਾ ਦੇਗਾ। ਉਹ ਮੇਰਾ ਤਮੰਨਾ ਇਹ ਸੀ ਮੇਰੀ। ਪਰ ਹੁਣ ਜੋ ਐਦਾਂ ਦਾ ਨਹੀਂ ਲੱਗ ਰਿਹਾ, ਫਿਰ ਮੈਨੂੰ ਤਾਂ ਹੁਣ ਆਖਰੀ ਹੀ ਦਿਖ ਰਿਹਾ ਕਿ ਮੈਂ ਬਾਹਰ ਚਲਾ ਜਾਵਾਂ, ਬਾਹਰ ਜਾ ਕੇ ਆਪਣਾ ਪੈਸਾ ਕਮਾਵਾਂ, ਜਿਵੇਂ ਦੁਨੀਆ ਚੱਲ ਰਹੀ ਉੱਦਾਂ ਮੈਂ ਵੀ ਚੱਲਾਂ। ਪਰ ਮੇਰੇ ਵੱਲੋਂ ਕੋਸ਼ਿਸ਼ ਰਹੇਗੀ ਜੀ ਪੂਰੀ ਕਿ ਮੈਂ ਲੋਕਾਂ ਨੂੰ ਕੰਮ ਸਿਖਾਵਾਂ, ਮੈਂ ਬਾਹਰ ਨਹੀਂ ਜਾਵਾਂ। ਮੇਰਾ ਮਨ ਇਹ ਕਰ ਰਿਹਾ ਜੀ। ਸੋ ਤੁਸੀਂ ਜਜ਼ਬਾ ਦੇਖ ਸਕਦੇ ਹੋ, ਕਿਸੇ ਵੀ ਇਨਸਾਨ ਨੂੰ ਅਮਰੀਕਾ ਜਾਂ ਇੰਗਲੈਂਡ ਵਰਗਾ ਦੇਸ਼ ਕਹੇ ਕਿ ਤੈਨੂੰ ਅਸੀਂ ਆਪਣੀ ਸਿਟੀਜ਼ਨਸ਼ਿਪ ਦਿੰਦੇ ਆ, ਤੈਨੂੰ ਪੀਆਰ ਦਿੰਦੇ ਆ, ਤਾਂ ਕਿਹੜਾ ਉਹ ਇਨਸਾਨ ਹੋਏਗਾ ਜਿਹੜਾ ਕਹੇਗਾ ਕਿ ਮੈਂ ਨਹੀਂ ਜਾਣਾ ਚਾਹੁੰਦਾ। ਲੇਕਿਨ ਇਹ ਇਨਸਾਨ, ਪਹਿਲਾ ਇਨਸਾਨ ਤੁਹਾਨੂੰ ਇਹ ਦਿਖਾ ਰਿਹਾ ਜਿਸ ਨੂੰ ਇੰਗਲੈਂਡ ਵੀ ਆਪਣੀ ਪੀਆਰ ਦੇਣ ਨੂੰ ਤਿਆਰ ਹੈ, ਜਿਸ ਨੂੰ ਕੈਨੇਡਾ ਵੀ ਆਪਣੀ ਪੀਆਰ ਦੇਣ ਨੂੰ ਤਿਆਰ ਹੈ, ਜਿਸ ਨੂੰ ਅਮਰੀਕਾ ਵੀ ਆਪਣਾ ਨਾਗਰਿਕ ਬਣਾਉਣ ਦੇ ਤਿਆਰ ਹੈ। ਲੇਕਿਨ ਇਹ ਇਨਸਾਨ ਅੱਜ ਵੀ ਆਪਣੀ ਗੱਲ ਤੇ ਖੜਾ ਹੋਇਆ ਕਿ ਮੈਂ ਚਾਹੁੰਦਾ ਕਿ ਮੈਂ ਆਪਣੀ ਮਾਤ ਭੂਮੀ ਤੇ ਹੀ ਰਹਾਂ, ਮੈਂ ਵਿਦੇਸ਼ ਨਾ ਜਾਵਾਂ। ਲੇਕਿਨ ਸਰਕਾਰਾਂ ਦੇ ਰਵੱਈਏ ਹੈਗੇ ਨੇ ਜਿਹੜੇ, ਉਹ ਰਵੱਈਏ ਕਿਤੇ ਨਾ ਕਿਤੇ ਮਜਬੂਰ ਕਰ ਦਿੰਦੇ ਨੇ। ਜੇਕਰ ਹੁਣ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੇ ਯੂਥ ਦੀ ਗੱਲ ਕੀਤੀ ਜਾ ਰਹੀ ਹੈ, ਸਾਡੇ ਮੁੱਖ ਮੰਤਰੀ, ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ, ਜੋ ਕਿ ਕਹਿ ਰਹੇ ਨੇ ਅਸੀਂ ਬ੍ਰੇਨ ਡਰੇਨ ਨਹੀਂ ਹੋਣ ਦਿਆਂਗੇ, ਅਸੀਂ ਆਪਣੇ ਇੱਥੋਂ ਦੇ ਜਿਹੜੇ ਟੈਲੈਂਟ ਹੈਗੇ ਨੇ ਉਹ ਟੈਲੈਂਟ ਬਾਹਰ ਨਹੀਂ ਜਾਣ ਦਿਆਂਗੇ। ਤਾਂ ਮਾਨ ਸਾਹਿਬ, ਜੇਕਰ ਤੁਸੀਂ ਸੁਣ ਰਹੇ ਹੋ ਤਾਂ ਇਸ ਦੇ ਨਾਲ ਦਾ ਜੇਕਰ ਤੁਸੀਂ ਟੈਲੈਂਟ ਲੱਭ ਲਿਓ ਤਾਂ 5 ਲੱਖ ਰੁਪਇਆ ਤੁਹਾਨੂੰ ਇਨਾਮ। ਵੱਡੀ ਗੱਲ ਹੈਗੀ ਆ ਕਿ 5 ਲੱਖ ਰੁਪਇਆ ਤੁਹਾਨੂੰ ਇਨਾਮ ਦੇ ਦਾਂਗੇ ਜੇ ਇਸ ਦੇ ਨਾਲ ਦਾ ਤੁਸੀਂ ਟੈਲੈਂਟ ਲੱਭ ਕੇ ਲਿਆ ਦਿਓ ਪੂਰੇ ਵਿਸ਼ਵ ਦੇ ਵਿੱਚੋਂ। 6 ਮਹੀਨੇ ਦਾ ਸਮਾਂ ਵੀ ਦਿੱਤਾ। ਲੇਕਿਨ ਜੋ ਇਸ ਕਲਾਕਾਰ ਦਾ ਸਨਮਾਨ ਬਣਦਾ ਉਹ ਇਸ ਕਲਾਕਾਰ ਨੂੰ ਜ਼ਰੂਰ ਮਿਲਣਾ ਚਾਹੀਦਾ, ਕਿਉਂਕਿ ਇਸ ਇਨਸਾਨ ਨੇ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ ਹੈ ਪਟਿਆਲੇ ਦਾ, ਪੰਜਾਬ ਦਾ ਔਰ ਹਿੰਦੁਸਤਾਨ ਦਾ ਜਿਹੜਾ ਨਾਂ ਰੌਸ਼ਨ ਕਰਨ ਦੇ ਲਈ। ਸਭ ਤੋਂ ਵੱਡੀ ਗੱਲ ਹੈ ਇਸ ਇਨਸਾਨ ਦਾ ਅੰਦਰਲਾ ਜਜ਼ਬਾ। ਨਾਗਰਿਕਤਾ ਮਿਲ ਰਹੀ ਹੈ 3-3 ਦੇਸ਼ਾਂ ਦੀ, ਲੇਕਿਨ ਜਾਣ ਦੇ ਲਈ ਤਿਆਰ ਨਹੀਂ ਕਿ ਆਖਿਰ ਕਿਤੇ ਨਾ ਕਿਤੇ ਸ਼ਾਇਦ ਕੋਈ ਸੁਣਵਾਈ ਹੋ ਜੇ। ਲੇਕਿਨ ਸੁਣਵਾਈ ਹੁੰਦੀ ਕਿੰਨੀ ਕੁ ਨਜ਼ਰ ਆ ਰਹੀ ਹੈ ਉਹ ਵੀ ਗੱਲ ਕਰ ਲੈਂਦੇ ਆ। ਅਰੁਣ ਜੀ, ਕੀ ਲੱਗਦਾ ਹੈ, ਕੀ ਤੁਹਾਨੂੰ ਲੱਗਦਾ ਹੈ ਤੁਸੀਂ ਐਡੀ ਵੱਡੀ ਆਫਰ, ਮੈਂ ਕਹਿੰਦਾ ਕਿ ਗੋਲਡਨ ਆਫਰ ਕਹਿ ਸਕਦੇ ਆਪਾਂ, ਵੀ 3-3 ਦੇਸ਼ ਨੇ ਜਿਹੜੇ ਉਹ ਸਿਟੀਜ਼ਨਸ਼ਿਪ ਦੇਣ ਲਈ ਤਿਆਰ ਨੇ, ਲੇਕਿਨ ਤੁਸੀਂ ਅੱਜ ਵੀ ਇਸ ਗੱਲ ਤੇ ਅੜੇ ਹੋਏ ਹੋ ਕਿ ਮੈਂ ਆਪਣੀ ਮਾਤ ਭੂਮੀ ਛੱਡ ਕੇ ਨਹੀਂ ਜਾਣਾ ਚਾਹੁੰਦਾ। ਕੀ ਲੱਗਦਾ ਨਹੀਂ ਘਾਟੇ ਦਾ ਸੌਦਾ? ਕੀ ਲੱਗਦਾ ਹਲੇ ਵੀ ਸਰਕਾਰਾਂ ਸੁਣ ਲੈਣਗੀਆਂ? ਨਹੀਂ ਜੀ ਨਹੀਂ, ਦੇਖੋ ਐਦਾਂ ਹੈ ਜੀ, ਸਰਕਾਰਾਂ ਦਾ ਤਾਂ ਹੁਣ ਉਹਨਾਂ ਦੇ ਉੱਪਰ ਛੱਡਿਆ, ਮੈਂ ਤਾਂ ਜ਼ਿਆਦਾ ਉਸ ਤੇ ਗੌਰ ਕਰਦੇ ਨਹੀਂ, ਕਿਉਂਕਿ ਉਹਨਾਂ ਨੂੰ ਤਾਂ ਬਹੁਤ ਚੈਲੰਜ ਕਰਕੇ ਦੇਖ ਲਏ। ਮੈਂ ਬਾਹਰ ਜਾਣ ਨੂੰ ਜਿੰਨਾ ਮਰਜ਼ੀ ਪੈਸਾ ਕਮਾ ਸਕਦਾ, ਰੋਜ਼ ਦੇ ਦਿਨ ਦੇ 4-5 ਫੋਨ ਹੈਗੇ ਆ, ਅਰੁਣ ਜੀ ਸਾਡੇ ਨਾਲ ਕਰ ਲਓ, ਸਾਡੇ ਨਾਲ ਪਾਰਟਨਰ ਤੇ ਕਰ ਲਓ, ਬਹੁਤ ਦੁਨੀਆ ਹੈਗੀ ਹੈ। ਹੁਣ ਸੋਚੋ ਮੈਂ ਇੰਨੀ ਦੇਰ ਤੋਂ ਕੰਮ ਕਰ ਰਿਹਾ ਤਾਂ ਮੈਨੂੰ ਕੋਈ ਬਾਹਰੋਂ ਆਫਰ ਨਹੀਂ ਆਈ ਹੋਏਗੀ ਜੋ ਮੈਂ ਅਲੱਗ ਤੋਂ ਕੰਮ ਕਰ ਰਿਹਾ, ਰੋਜ਼ ਆਉਂਦੀ ਹੈ। ਪਰ ਮੈਂ ਉਰੋਂ ਛੱਡ ਕੇ ਨਹੀਂ ਜਾਣਾ ਚਾਹੁੰਦਾ। ਪਤਾ ਨਹੀਂ ਇਹ ਪੰਜਾਬ ਦੀ ਮਿੱਟੀ ਦੇ ਵਿੱਚ ਕੀ ਹੈ, ਦਿਲ ਕਰਦਾ ਕਿ ਉਰੇ ਜੰਮੇ ਪਲਿਆਂ ਉਰੇ ਹੀ ਮਰਨਾ, ਕਿਉਂਕਿ ਮੇਰੇ ਜਿਹੜੇ ਦਾਦੇ ਪੜਦਾਦੇ ਲਾਹੌਰ ਦੇ ਆ, ਪਾਕਿਸਤਾਨ ਤੋਂ ਆਏ ਹੋਏ ਆ ਜੀ। ਤੇ ਸਾਡਾ ਜਿਹੜਾ ਪੰਜਾਬ ਦੇ ਨਾਲ ਤਾਂ ਜੰਮੇ ਪਲੇ ਉਰੇ ਆ, ਮਰਨਾ ਵੀ ਉਰੇ ਆ। ਹਰਿਆਣਾ ਸਰਕਾਰ ਵੀ ਹੈ, ਉਹ ਵੀ ਸਪੋਰਟ ਦੇਣ ਨੂੰ ਤਿਆਰ ਹੈ, ਪਰ ਮੈਂ ਹਰਿਆਣਾ ਜਾ ਕੇ ਵੀ ਨਹੀਂ ਰਾਜੀ। ਦੇਖੋ ਉਰੇ ਜਿੰਨਾ ਮੈਨੂੰ ਮਿਲ ਰਿਹਾ ਮੈਂ ਉਹਦੇ 'ਚ ਬਹੁਤ ਖੁਸ਼ ਹਾਂ, ਮੈਨੂੰ ਉਹਦੇ 'ਚ ਕੋਈ ਉਹ ਨਹੀਂ ਹੈ। ਪਰ ਜਿਹੜਾ ਮੇਰਾ ਹੱਕ ਬਣਦਾ ਉਹ ਮੇਰਾ ਹੱਕ ਦਾ ਮੇਰਾ ਫਰਜ਼ ਹੈ ਮੇਰਾ ਹੱਕ ਮੰਗਣਾ, ਕਿ ਜੋ ਮੇਰਾ ਹੱਕ ਬਣਦਾ ਸਰਕਾਰ ਤੋਂ ਉਹ ਹੱਕ ਲਿਆ ਜਾਵੇ। ਦੇਖੋ ਮੈਂ ਭੀਖ ਤਾਂ ਮੰਗ ਨਹੀਂ ਰਿਹਾ ਇਹਨਾਂ ਤੋਂ, ਮੈਨੇ ਮਿਹਨਤ ਕਰੀ ਹੈ, ਸਾਰੀ ਜ਼ਿੰਦਗੀ ਲਗਾਈ ਹੈ। ਅਗਰ ਮੈਨੇ ਪੁੱਛਿਆ ਸੀ ਕੈਪਟਨ ਸਾਹਿਬ ਨੂੰ ਕਿ ਜਿਹੜਾ ਬੰਦਾ ਇੰਡੀਆ ਦਾ, ਪੰਜਾਬ ਦਾ, ਪਟਿਆਲੇ ਦਾ ਨਾਮ ਰੋਸ਼ਨ ਕਰਦਾ ਉਹਨੂੰ ਕੀ ਮਿਲਦਾ, ਤੇ ਉਹਨਾਂ ਨੇ ਮੈਨੂੰ ਕਿਹਾ ਸੀ ਸ਼ਾਬਾਸ਼। ਮੈਂ ਕਿਹਾ ਸੀ ਮੈਂ ਤੁਹਾਡੇ ਕੋਲ ਸ਼ਾਬਾਸ਼ ਲੈਣ ਲਈ ਨਹੀਂ ਆਇਆ, ਮੈਂ ਉੱਥੋਂ ਨਾਲ ਦੀ ਨਾਲ ਉੱਠ ਕੇ ਵਾਪਸ ਆ ਗਿਆ ਸੀ ਜਦ ਮੈਂ ਪਹਿਲਾਂ ਗਿਆ ਉਹਨਾਂ ਕੋਲੇ। ਮੈਂ ਸ਼ਾਬਾਸ਼ ਲੈਣ ਲਈ ਥੋੜਾ ਬੈਠਾ, ਮੈंने 30 ਸਾਲ ਤੁਹਾਡੀ ਸ਼ਾਬਾਸ਼ ਲੈਣ ਲਈ ਨਹੀਂ ਬੈਠੀ, ਸ਼ਾਬਾਸ਼ ਤਾਂ ਮੈਨੂੰ ਪਰਮਾਤਮਾ ਨੇ ਦੇਤੀ ਹੈ, ਮੈਨੂੰ ਉਹਦੀ ਕੋਈ ਲੋੜ ਨਹੀਂ ਹੈ। ਮੈਂ ਇਹ ਚਾਹੁੰਦਾ ਕਿ ਕੁਝ ਐਸੀ ਜਗ੍ਹਾ ਬਣ ਜੇ। ਦੇਖੋ ਪਟਿਆਲਾ ਹੈਰੀਟੇਜ ਹੈ, ਉਰੇ ਕਿੰਨੇ ਤਰ੍ਹਾਂ ਦੇ ਆਰਟਿਸਟ ਹੈ, ਉਹਨਾਂ ਨੂੰ ਇੱਕ ਜਗ੍ਹਾ, ਇੱਕ ਪਲੇਟਫਾਰਮ ਦੇ ਦਿਓ। ਜਿਵੇਂ ਦਿੱਲੀ ਹਾਟ ਹੈ, ਅਗਰ ਉਰੇ ਪਟਿਆਲਾ ਹਾਟ ਬਣ ਜੇ ਤੇ ਉਹਦੇ ਵਿੱਚ ਇੱਕੋ ਜਗ੍ਹਾ ਦੇ ਉੱਪਰ ਹੈਂਡੀਕ੍ਰਾਫਟ ਦਾ ਕੰਮ ਬੰਦਾ ਹੋਵੇ, ਹੱਥ ਦਾ ਕੰਮ, ਕਿ ਜਿਹੜੇ ਹੱਥ ਦੇ ਕਲਾਕਾਰ ਹੈ ਉਹਨਾਂ ਨੂੰ ਜਗ੍ਹਾ ਦਿੱਤੀ ਜਾਵੇ, ਕਿ ਉਹਨਾਂ ਦਾ ਇੰਸਟੀਚਿਊਟ ਬਣਾ ਦਿਓ ਇੱਕ, ਕਿ ਸਾਰੀ ਦੁਨੀਆ ਆ ਕੇ ਦੇਖੇ ਕਿ ਸਾਰਾ ਜੋ ਹੈਂਡ ਐਮਬਰੋਇਡਰੀ ਦਾ ਕੰਮ ਲੈਣਾ ਤੇ ਪਟਿਆਲੇ ਕਿੱਥੇ ਵੀ ਮਿਲ ਸਕਦਾ। ਉੱਥੇ ਇੱਕ ਐਸੀ ਜਗ੍ਹਾ ਚਾਹੀਦੀ ਹੈ ਹੈਂਡੀਕ੍ਰਾਫਟ ਦਾ, ਜਿੱਥੇ, ਕਿਉਂਕਿ ਉਸ ਜਗ੍ਹਾ ਦੇ ਉੱਪਰ ਹੁੰਦਾ ਜਿਸ ਜਗ੍ਹਾ ਦੇ ਉੱਪਰ ਹੈਰੀਟੇਜ ਹੁੰਦਾ, ਜਿੱਥੇ ਲੋਕ ਘੁੰਮਣ ਲਈ ਆਉਂਦੇ ਹੁੰਦੇ ਆ। ਪਰ ਉਰੇ ਤਾਂ ਕਿਸੇ ਨੇ ਕੋਈ ਸੋਚਿਆ ਹੀ ਨਹੀਂ ਜੀ। ਪਟਿਆਲੇ ਦੇ ਵਿੱਚ ਰਾਜਾ ਸਾਹਿਬ 10 ਸਾਲ ਰਹੇ ਆ, ਉਰੇ ਉਹਨਾਂ ਨੇ ਵੀ ਨਹੀਂ ਸੋਚਿਆ। ਮੈਂ ਆਪ ਇਸ ਤੋਂ ਹੈਰਾਨੀ ਹੁੰਦੀ ਹੈ, ਕਿਆ ਪਤਾ, ਮੈਨੂੰ ਨਹੀਂ ਸਮਝ ਆਉਂਦਾ ਇਹ ਮਤਰੇਈ ਮਾਂ ਵਾਲਾ ਕੰਮ ਕਰ ਰਹੇ ਆ ਉਰੇ। ਇਹ ਬਾਕੀ ਸੱਚ ਹੈ, ਲੋਕਾਂ ਨੂੰ ਕਹਿੰਦੇ ਆ ਨਸ਼ੇ ਕਰੋ, ਟੀਕੇ ਲਾਓ, ਮਰ ਜਾਓ, ਉਹਨਾਂ ਨੂੰ ਨਾ ਕੁਝ ਪੁੱਛੋ।
ਇਹ ਹਾਲ ਮੈਂ ਦੇਖ ਚੁੱਕਿਆ ਇਹਨਾਂ ਦਾ। ਪਰ ਅਸੀਂ ਵੀ ਹਿੰਮਤੀ ਹਾਂ, ਅਸੀਂ ਨਾ ਪਟਿਆਲਾ ਡੁੱਬਣ ਦੇਣਾ, ਨਾ ਪੰਜਾਬ ਡੁੱਬਣ ਦੇਣਾ, ਨਾ ਇੰਡੀਆ ਡੁੱਬਣ ਦੇਣਾ। ਜਦ ਤੱਕ ਸਾਡੇ ਵਰਗੇ ਬੰਦੇ ਜਿੰਦੇ ਹੈਗੇ ਆ, ਆਪਾਂ ਆਪਣੇ ਦੇਸ਼ ਨੂੰ ਨਹੀਂ ਡੁੱਬਣ ਦਿੰਦੇ, ਨਾ ਪੰਜਾਬ ਨੂੰ ਡੁੱਬਣ ਦਿੰਦੇ। ਸੋ ਗੱਲ ਕਰ ਲਈਏ ਕਿ ਲਗਾਤਾਰ ਸਰਕਾਰਾਂ ਵੱਲੋਂ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਵਿਕਾਸ, ਬਹੁਤ ਵਿਕਾਸ ਹੋ ਰਿਹਾ, ਸੂਬੇ ਦੇ ਵਿਕਾਸ ਦੀ ਹਨੇਰੀ ਵਗੀ ਹੈ, ਵੱਡੇ ਵੱਡੇ ਹੈਰੀਟੇਜ ਮੇਲੇ ਲਗਾਏ ਜਾਂਦੇ ਨੇ। ਖਾਸ ਕਰਕੇ ਪਟਿਆਲੇ ਦੀ ਗੱਲ ਕਰ ਲਈਏ, ਪਿਛਲੇ ਦਿਨੀ ਇੱਕ ਹੈਰੀਟੇਜ ਮੇਲਾ ਲੱਗ ਕੇ ਹਟਿਆ ਕਿਲ੍ਹਾ ਮੁਬਾਰਕ ਦੇ ਵਿੱਚ। ਉਸ ਕਿਲ੍ਹਾ ਮੁਬਾਰਕ ਦੇ ਵਿੱਚ ਜਿਸ ਕਿਲ੍ਹੇ ਨੂੰ ਮੁਬਾਰਕ ਕਿਹਾ ਜਾਂਦਾ ਸੀ, ਜਿੱਥੇ ਮੋਹੜੀ ਗੱਡੀ ਗਈ ਸੀ ਪਟਿਆਲਾ ਰਿਆਸਤ ਦੀ, ਪਟਿਆਲਾ ਸ਼ਹਿਰ ਦੀ, ਬਾਬਾ ਆਲਾ ਸਿੰਘ ਵੱਲੋਂ, ਉਸ ਤੋਂ ਬਾਅਦ ਇਸ ਨੂੰ ਆਲੇ ਦੀ ਪੱਟੀ ਕਿਹਾ ਜਾਂਦਾ ਸੀ, ਜੋ ਬਾਅਦ ਦੇ ਵਿੱਚ ਘੁੰਮਦੇ ਘੁੰਮਦੇ ਪੱਟੀ ਆਲਾ ਬਣ ਗਿਆ, ਤਾਂ ਉਸ ਤੋਂ ਬਾਅਦ ਪਟਿਆਲਾ ਬਣ ਗਿਆ। ਲੇਕਿਨ ਅੱਜ ਉਹ ਵਿਰਾਸਤ ਹੈਗੀ ਜਿਹੜੀ, ਉਹ ਵੀ ਸਾਡੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਵੱਲੋਂ ਇੱਕ ਕੰਪਨੀ ਨੂੰ ਦੇ ਦਿੱਤੀ ਗਈ ਹੈ ਕਿ ਇੱਥੇ 5 ਸਤਾਰਾ ਹੋਟਲ ਬਣਾ ਲਓ। ਹੁਣ ਇਹ ਲੋਕ ਕੀ ਵਿਰਾਸਤ ਸਾਂਭਣਗੇ, ਕੀ ਇਹ ਦੇਸ਼ ਚਲਾਉਣਗੇ? ਇਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਅਸੀਂ ਆਪਣੇ ਦੇਸ਼ ਨੂੰ ਦਿੱਤਾ ਹੋਇਆ, ਆਪਣੇ ਸੂਬੇ ਨੂੰ ਦਿੱਤਾ ਹੋਇਆ ਸੀ, ਜਿਹੜੇ ਆਪਣੇ ਪੁਰਖਿਆਂ ਦੀਆਂ ਜਾਇਦਾਦਾਂ ਹੀ ਦੂਜਿਆਂ ਦੇ ਹੱਥਾਂ ਦੇ ਵਿੱਚ ਸੌਂਪਦੇ ਜਾ ਰਹੇ ਨੇ, ਕਿਉਂਕਿ ਸਰਕਾਰ ਕਾਬਜ਼ ਹੋ ਚੁੱਕੀ ਆ। ਹੁਣ ਪਿੱਛੇ ਨਿੱਜੀ ਮੰਤਵ ਕੀ ਨੇ? ਕਿਉਂਕਿ ਗੱਲਾਂ ਤਾਂ ਬਹੁਤ ਸਾਰੀਆਂ ਨਿਕਲ ਕੇ ਆ ਰਹੀਆਂ, ਚਲੋ ਵੱਖਰੀ ਗੱਲ ਹੈਗੀ ਆ, ਲੇਕਿਨ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਕਲਾ ਨੂੰ ਸਾਂਭਣਾ ਕੀ ਹੈ, ਆਪਣੀ ਵਿਰਾਸਤ ਨੂੰ ਸਾਂਭਣਾ ਕੀ ਹੈ, ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਵਾਂਗੇ ਕੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਿਲ੍ਹਾ ਮੁਬਾਰਕ ਦੇਖ ਸਕਣਗੀਆਂ? ਨਹੀਂ ਦੇਖ ਸਕਣਗੀਆਂ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇਖਣਗੀਆਂ ਉੱਥੇ ਇੱਕ 5 ਸਤਾਰਾ ਹੋਟਲ। ਤਾਂ ਇਸੇ ਤਰ੍ਹਾਂ ਦੇ ਨਾਲ ਵੱਡਾ ਦੁਖਾਂਤ ਹੈਗਾ ਸਾਡੇ ਪੰਜਾਬ ਦਾ। ਪੰਜਾਬ ਦੇ ਵਿੱਚ ਜੇਕਰ ਗੱਲ ਕਰ ਲਈਏ, ਚਮਕੌਰ ਦੀ ਗੜੀ ਦੀ ਗੱਲ ਕਰ ਲਈਏ, ਜਾਂ ਫਿਰ ਠੰਡੇ ਬੁਰਜ ਦੀ ਗੱਲ ਕਰ ਲਈਏ, ਅਸੀਂ ਲੋਕਾਂ ਨੇ ਆਪਣੇ ਇਹਨਾਂ ਹੱਥੀਂ ਉਹਨਾਂ ਨਿਸ਼ਾਨੀਆਂ ਨੂੰ ਮਿਟਾ ਦਿੱਤਾ ਹੈ ਜਿਨ੍ਹਾਂ ਨੇ ਸਾਡਾ ਇਤਿਹਾਸ ਬਣਨਾ ਸੀ। ਤਾਂ ਇਹ ਵੀ ਇੱਕ ਇਤਿਹਾਸ ਦੀ ਹੀ ਅੱਜ ਗੱਲ ਹੋ ਰਹੀ ਹੈ ਅਰੁਣ ਬਜਾਜ ਦੇ ਨਾਲ, ਜੋ ਇੱਕ ਇਤਿਹਾਸ ਸਿਰਜਿਆ। ਕਿਉਂਕਿ ਕਿਹਾ ਜਾਂਦਾ ਹੈ ਕਿ ਇਤਿਹਾਸ ਬਣਾਉਣੇ ਬਹੁਤ ਔਖੇ ਹੁੰਦੇ ਨੇ, ਇਹ ਇਤਿਹਾਸ ਹੀ ਬਣਾਇਆ। ਮੈਨੂੰ ਨਹੀਂ ਲੱਗਦਾ ਕਿ 20-25 ਸਾਲ ਦੇ ਵਿੱਚ ਅਜਿਹਾ ਕੋਈ ਕਲਾਕਾਰ ਜਿਹੜਾ ਸਾਹਮਣੇ ਨਹੀਂ ਆਇਆ, ਤਾਂ ਅਗਲੇ ਸਮਿਆਂ ਦੇ ਵਿੱਚ ਵੀ ਅਜਿਹਾ ਕਲਾਕਾਰ ਕਿੱਥੋਂ ਸਾਹਮਣੇ ਆ ਜਾਏਗਾ? ਕਿਉਂਕਿ ਇੰਨੀ ਛੇਤੀ ਇਸ ਕਲਾ ਦੇ ਵਿੱਚ ਇੰਨੀ ਮੁਹਾਰਤ ਹਾਸਲ ਕਰਨੀ ਖਾਲਾ ਜੀ ਦਾ ਵਾੜਾ ਨਹੀਂ ਹੈ। ਲੇਕਿਨ ਅਰੁਣ ਜੀ, ਕੀ ਲੱਗਦਾ ਤੁਹਾਨੂੰ, ਜਿਸ ਤਰ੍ਹਾਂ ਦੇ ਨਾਲ ਤੁਸੀਂ ਜਿੱਦ ਕਰਕੇ ਇਹ ਜਿਹੜੀ ਕਲਾ ਹੈਗੀ ਆ, ਇਸ ਕਲਾ ਦੇ ਵਿੱਚ ਪੈਰ ਧਰਿਆ, ਔਰ ਜ਼ਿੰਦਗੀ ਦੇ ਵਿੱਚ ਚਲੋ ਲੋਕਾਂ ਦੀ ਸ਼ਾਬਾਸ਼ੀ ਬਹੁਤ ਮਿਲੀ, ਸ਼ਾਬਾਸ਼ੀ ਤਾਂ ਚਲੋ ਕੈਪਟਨ ਸਾਹਿਬ ਨੇ ਵੀ ਦੇਤੀ, ਲੇਕਿਨ ਜੋ ਤੁਸੀਂ ਸੋਚਿਆ ਸੀ ਮਿਲਣਾ ਚਾਹੀਦਾ ਉਹ ਨਹੀਂ ਮਿਲਿਆ। ਕੀ ਕੱਲ ਤੁਸੀਂ ਆਪਣੇ, ਤੁਹਾਡਾ ਬੇਟਾ ਅਗਰ ਜਿੱਦ ਕਰਦਾ ਹੈ ਕਿ ਮੈਂ ਕੰਮ ਕਰਦਾ, ਤਾਂ ਉਸ ਦੇ ਲਈ ਤੁਸੀਂ ਕੀ ਕਹੋਗੇ? ਦੇਖੋ ਜੀ, ਮੇਰਾ ਇਸ ਚੀਜ਼ ਤੇ ਤਾਂ ਮਨ ਹਟ ਗਿਆ। ਦੇਖੋ, ਕਮਾਈ ਹੋ ਜਾਂਦੀ ਹੈ ਅਗਰ ਆਪਾਂ ਕਿਸੇ ਚੀਜ਼ ਦੇ ਉੱਪਰ ਟਾਈਮ ਲਗਾਉਂਦੇ ਆ ਨਾ, ਅਗਰ ਉਸ ਚੀਜ਼ ਦੇ ਨਾਲ ਲੱਗੇ ਰਹਿੰਦੇ ਆ। ਮੈਨੂੰ 30 ਸਾਲ ਹੋ ਗਏ, ਮੈਨੂੰ ਪੈਸੇ ਉਧਾਰ ਲਏ, ਵਿਆਜ ਤੇ ਲਏ, ਬੈਂਕਾਂ ਤੋਂ ਫੜੇ, ਕਿਉਂਕਿ ਜਿਹੜੀ ਚੀਜ਼ ਨੂੰ ਆਪਾਂ ਬਣਾ ਰਹੇ ਹਾਂ ਉਹਨੂੰ 2-2 3-3 ਸਾਲ ਲੱਗ ਰਹੇ ਆ। ਇਹਦੇ ਵਿੱਚ ਆਪਾਂ ਨੇ ਖਰਚਾ ਵੀ ਤਾਂ ਚਲਾਉਣਾ ਨਾ, ਆਪਣਾ ਪਰਿਵਾਰ ਵੀ ਚਲਾਉਣਾ ਹੈ, ਉਹ ਕਿੱਥੋਂ ਕਰਾਂਗੇ? ਕਿਉਂਕਿ ਆਪਾਂ ਇੱਕ ਚੀਜ਼ ਦੇ ਉੱਪਰ ਇੰਨੇ ਸਾਲ ਬੈਠੇ ਪਏ ਆ। ਪਰ ਇੱਕ ਜਨੂਨ ਹੁੰਦਾ ਕਿ ਮੈਨੇ ਕੁਝ ਹਟ ਕੇ ਕਰਨਾ, ਮੈਨੇ ਆਪਣੇ ਸੂਬੇ ਦਾ ਨਾਮ ਰੋਸ਼ਨ ਕਰਨਾ, ਮੈਨੇ ਆਪਣਾ ਘਰਦਿਆਂ ਦਾ ਨਾਮ ਰੋਸ਼ਨ ਕਰਨਾ। ਇੱਕ ਮਾਣ ਦੀ ਗੱਲ ਹੈ। ਪਰ ਮੈਂ ਜਦ ਇਸ ਚੀਜ਼ ਦੇ ਵਿੱਚ ਨਿਕਲਿਆ, ਅੱਗੇ ਗਿਆ, ਅੱਗੇ ਹੁਣ ਮੇਰਾ ਬੇਟਾ ਹੈਗਾ, ਪਰ ਪਹਿਲਾਂ ਤਾਂ ਮੇਰਾ ਮਨ ਸੀ ਕਿ ਉਹਨੂੰ ਮੈਂ ਸਿਖਾਵਾਂ, ਪਰ ਹੁਣ ਮੇਰਾ ਮਨ ਹਟ ਗਿਆ ਕਿ ਉਹਨੂੰ ਕਿਵੇਂ ਸਿਖਾਵਾਂ, ਕਿਉਂਕਿ ਉਹਨੂੰ ਸਪੋਰਟ ਕਿਵੇਂ ਦੇਵਾਂਗਾ। ਦੇਖੋ, ਜਦ ਕਰੇਗਾ ਉਹ, ਇਸ ਟਾਈਮ ਦੇਖੋ ਲੋਕਾਂ ਤੋਂ ਪੈਸਾ ਤਾਂ ਉਹ ਬਹੁਤ ਇਕੱਠਾ ਕਰ ਲੇਗਾ। ਜਦੋਂ ਕੰਮ ਕਰਨ ਲੱਗ ਜਾਏਗਾ, ਬਣਾਉਣ ਲੱਗ ਜਾਏਗਾ, ਲੋਕਾਂ ਕੋਲੋਂ ਬੜਾ ਪੈਸਾ ਮਿਲ ਜਾਏਗਾ। ਮੈਂ ਵੀ ਦੇਖੋ ਕਮਾਇਆ ਹੀ ਹੈ। ਹੁਣ ਜੋ ਮੈਂ ਕੰਮ ਕਰ ਰਿਹਾ, ਪਰਮਾਤਮਾ ਦਾ ਸ਼ੁਕਰ ਹੈ, ਲੋਕ ਪਿਆਰ ਦਿੰਦੇ ਹੈ। ਪਰ ਜਿਹੜੀ ਸਪੋਰਟ ਇੱਕ ਸਰਕਾਰਾਂ ਵੱਲੋਂ ਮਿਲਣੀ ਚਾਹੀਦੀ ਹੈ, ਉਹ ਸਪੋਰਟ ਨਹੀਂ ਮਿਲਦੀ। ਇਸ ਕਰਕੇ ਮੈਂ ਹੁਣ ਇਸ ਚੀਜ਼ ਨੂੰ ਸੋਚ ਰਿਹਾ ਕਿ ਬੇਟੇ ਨੂੰ ਵੀ ਬਾਹਰ ਭੇਜ ਦਾਂਗਾ, ਉਹ ਬਾਹਰ ਜਾ ਕੇ ਕਰ ਲੇਗਾ। ਮੈਂ ਜਿੰਨਾ ਕੁ ਹੁੰਦਾ ਉਰੇ ਆਪਣੇ ਵੱਲੋਂ ਜੋ ਵੀ ਹੋ ਸਕਦਾ ਹੈ, ਚਾਹੇ ਛੋਟਾ ਇੰਸਟੀਚਿਊਟ ਖੋਲਾਂ, ਚਾਹੇ ਜਿਵੇਂ ਵੀ ਮਰਜ਼ੀ ਕਰਾਂ। ਹੁਣ ਵੀ ਮੇਰੇ ਕੋਲ 4 ਬੱਚੇ ਆ ਕੇ ਸਿੱਖਦੇ ਆ, ਅਜੇ मैंने शुरू कर रखा है, पर वो छोटा जिहा है, पर उसनूं थोड़ा बड़ा करना चाहना। जे 20-25 बच्चे हो जाएंगे, वो मैं अपने खुद दम नाल कर लांगा। जिथे मैं स्टार्टिंग कर लिया, मैं अगे भी कर लांगा। बाकी सरकारां दे उपर है, देखणगीਆਂ तां ठीक है, नहीं देखणगीਆਂ तां ठीक है। पर एक चीज़ ना मैं कहना चाहना कि मेरे नाल होर आर्टिस्टां दा मन जिहड़ा हैगा वो गिरदा है। वो जिहड़े पेंटर हैगे आ, होर कई तरह दा काम कर रहे हैं, वो कहंदे आ कि कोई टैंपू चला रहा भाजी, कोई सफेदी कर रहा, कोई कुछ कर रहा। वो कहंदे हुण इनोवेशन करो ही ना, पर ਇਹ ਚੀਜ਼ ਦਾ ਜਜ਼ਬਾ ਨਾ ਟੁੱਟੇ। ਮੈਂ ਚਾਹੁੰਦਾ ਇਹ ਚੀਜ਼ ਸਰਕਾਰ ਨੂੰ ਸਾਂਭਣੀ ਚਾਹੀਦੀ ਹੈ। ਸੋ ਵੱਡਾ ਦੁਖਾਂਤ ਇਹੀ ਹੁੰਦਾ ਹੈ ਕਿ ਜਦੋਂ ਆਪਣੇ ਖੁਦ ਦੇ ਬੱਚੇ ਕਹਿਣ ਲੱਗ ਜਾਣ ਕਿ ਪਾਪਾ ਤੁਹਾਨੂੰ ਕੀ ਮਿਲਿਆ, ਤਾਂ ਸਵਾਲ ਉੱਥੇ ਹੀ ਆ ਗਿਆ ਫਿਰ ਕਿ ਆਪਣੀ ਔਲਾਦ ਹੀ ਜਦੋਂ ਇਹ ਗੱਲ ਕਹਿ ਦੇਵੇ, ਪੂਰੀ ਜ਼ਿੰਦਗੀ ਇੱਕ ਕਲਾ ਦੇ ਲਈ, ਇੱਕ ਆਪਣੇ ਸੂਬੇ ਦੇ ਲਈ, ਆਪਣੇ ਸ਼ਹਿਰ ਦੇ ਲਈ, ਆਪਣੇ ਦੇਸ਼ ਦੇ ਲਈ ਇੱਕ ਬੰਦੇ ਨੇ ਪੂਰੀ ਜ਼ਿੰਦਗੀ ਲਗਾ ਦਿੱਤੀ ਹੋਵੇ, ਉੱਥੇ ਉਸ ਬੰਦੇ ਦਾ ਬੱਚਾ ਇਹ ਗੱਲ ਕਹਿ ਦੇ ਕਿ ਪਾਪਾ ਤੁਹਾਨੂੰ ਮਿਲਿਆ ਕੀ, ਤਾਂ ਉੱਥੇ ਵੱਡਾ ਸਵਾਲ ਖੜਾ ਹੋ ਜਾਂਦਾ ਹੈ। ਤੁਹਾਨੂੰ ਇਸੇ ਕਰਕੇ ਅੱਜ ਅਰੁਣ ਬਜਾਜ ਦੇ ਨਾਲ ਮਿਲਾਇਆ, ਕਿਉਂਕਿ ਸਾਡੇ ਮਨ ਦੇ ਵਿੱਚ ਵੀ ਇਹ ਸਵਾਲ ਜ਼ਰੂਰ ਸੀ
ਕਿ ਆਖਿਰ ਮਿਲਿਆ ਕੀ। ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਹੁਣ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ ਹੈ ਕਿ ਇਹ ਕਲਾਕਾਰ ਜਿਸ ਨੂੰ ਇੱਕ ਹੀਰਾ ਕਿਹਾ ਜਾ ਸਕਦਾ ਹੈ, ਇਸ ਨੂੰ ਸੰਭਾਲਣ ਦੀ ਲੋੜ ਹੈਗੀ ਹੈ। ਇਹ ਨਾ ਹੋਵੇ ਕਿ ਇਸ ਕਲਾਕਾਰ ਦਾ ਮਨ ਕਿਤੇ, ਇਹ ਜਿਹੜੇ ਮਨ ਦੇ ਵਿੱਚ ਸੁਪਨਾ ਸਜਾਇਆ ਹੋਇਆ ਕਿ ਆਪਣੇ ਦੇਸ਼ ਨੂੰ ਮੈਂ ਛੱਡ ਕੇ ਨਹੀਂ ਜਾਣਾ, ਲੇਕਿਨ ਕਿਤੇ ਨਾ ਕਿਤੇ ਮਨ ਖੱਟਾ ਵੀ ਪੈ ਜਾਂਦਾ, ਬੰਦੇ ਦਾ ਮਨ ਟੁੱਟ ਵੀ ਜਾਂਦਾ ਕਿ ਯਾਰ ਬਹੁਤ ਹੋ ਗਿਆ, ਹੁਣ ਬਹੁਤ ਦੇਖ ਲਿਆ। ਹੁਣ ਆਪਣੀ ਔਲਾਦ ਨੇ ਵੀ ਜਦੋਂ ਇਹ ਗੱਲ ਕਹਿਤੀ ਕਿ ਪਾਪਾ ਤੁਹਾਨੂੰ ਮਿਲਿਆ ਕੀ, ਤਾਂ ਫਿਰ ਉੱਥੇ ਇਨਸਾਨ ਕਈ ਵਾਰੀ ਸੋਚ ਲੈਂਦਾ ਕਿ ਛੱਡ ਯਾਰ ਬਹੁਤ ਹੋ ਗਿਆ, ਹੁਣ ਇਸ ਤੋਂ ਜ਼ਿਆਦਾ ਨਹੀਂ। ਬਹੁਤ ਕੁਰਬਾਨੀ ਦੇ ਲਈ ਕਿ ਇਕੱਲੀ ਕੁਰਬਾਨੀ ਸਿਰਫ ਉਹਨਾਂ ਲੋਕਾਂ ਦੇ ਹਿੱਸੇ ਆਈ ਹੈ ਜਿਹੜੇ ਲੋਕ ਆਪਣੀ ਜ਼ਿੰਦਗੀ ਵਾਰ ਦਿੰਦੇ ਨੇ ਇੱਕ ਕੰਮ ਦੇ ਲਈ, ਆਪਣੇ ਕੰਮ ਦੇ ਲਈ ਆਪਣੀ ਪੂਰੀ ਜ਼ਿੰਦਗੀ ਲਗਾ ਦਿੰਦੇ ਨੇ, ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ। ਕੀ ਕੁਰਬਾਨੀ ਲੋਕਾਂ ਦੇ ਹਿੱਸੇ ਆਈ ਹੈ? ਕੀ ਕੁਰਬਾਨੀ ਸਰਕਾਰਾਂ ਦੇ ਹਿੱਸੇ ਨਹੀਂ ਹੈ? ਕੀ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਕਿ ਇਹਨਾਂ ਲੋਕਾਂ ਦਾ ਖਿਆਲ ਰੱਖਿਆ ਜਾਵੇ, ਇਹਨਾਂ ਕਲਾਕਾਰਾਂ ਨੂੰ ਸਾਂਭਿਆ ਜਾਵੇ ਜਿਹੜੇ ਕਿ ਵਿਸ਼ਵ ਪੱਧਰ ਤੇ ਇੱਕ ਵੱਖਰੀ ਪਛਾਣ ਰੱਖਦੇ ਨੇ। ਬਹਰਹਾਲ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ, ਹੋਰ ਵੀ ਤੁਹਾਨੂੰ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਮਨਾਉਂਦੇ ਰਵਾਂਗੇ ਜਿਹੜੇ ਕਿ ਇੱਕ ਵੱਖਰੀ ਪਛਾਣ ਰੱਖਦੇ ਨੇ ਔਰ ਪੰਜਾਬੀ ਹੋਣ ਦਾ ਮਾਣ ਰੱਖਦੇ ਨੇ। ਧੰਨਵਾਦ।